वैद साहब बड़ा सिंपल सवाल है। 4.5 साल हो गए, कैप्टन साहब ने कहा सी गुट तो फड़ के अंदर देवांगे, बेदबी की है, दिते क्यों नहीं जी अंदर? सिख जथेबंदियां सी उन्होंने धरना लाया क्योंकि इलैक्शन नेड़े आ रही सी। ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇਹ ਪਲਾਨ ਕੀਤਾ ਵੀ ਇਹ ਧਰਨਾ ਕਿਸ ਤਰ੍ਹਾਂ ਚੁਕਾਇਆ ਜਾਣਾ ਚਾਹੀਦਾ। ਆਪਾਂ ਦੇਖ ਸਕਦੇ ਹਾਂ ਅਕਾਲੀ ਦਲ ਨੂੰ ਛੱਡੋ, ਵੈਦ ਸਾਹਿਬ ਇਹ ਵੀ ਛੱਡੋ ਵੀ ਪਹਿਲਾਂ ਕੀ ਹੋਇਆ। ਕਾਂਗਰਸ ਕਹਿੰਦੀ ਸੀ ਅਸੀਂ ਗੁੱਟ ਤੋਂ ਫੜ ਕੇ ਜਿਨ੍ਹਾਂ ਨੇ ਬੇਦਬੀ ਕੀਤੀ ਅੰਦਰ ਦੇਵਾਂਗੇ, ਤੁਹਾਡੀ ਪਾਰਟੀ ਨੇ ਅੰਦਰ ਕਿਉਂ ਨਹੀਂ ਦਿੱਤੇ? ਤੁਸੀਂ ਮੰਨਦੇ ਹੋ ਕਿ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਨੇ ਬੇਦਬੀ ਕਰਵਾਈ? ਪੁਲਿਸ ਨੇ ਕਿਹਾ ਕਿ ਜਿਹੜੇ ਉੱਥੇ ਲੋਕ ਬੈਠੇ ਸੀ ਉਹਨਾਂ ਨੇ ਸਾਡੇ ਤੇ ਅਟੈਕ ਕੀਤਾ, ਅਸੀਂ ਉਹਨਾਂ ਦੇ ਉੱਤੇ ਫਿਰ ਆ ਗਏ। ਗੋਲੀਆਂ ਚਲਾਉਣ ਦੀ ਕੀ ਲੋੜ ਪੈ ਗਈ ਸੀ ਪੁਲਿਸ ਨੂੰ? ਰਾਮ ਰਹੀਮ ਨੂੰ ਮੰਨਦੇ ਹੋ ਕਿ ਉਹ ਰਿਲੀਜੀਅਨ ਚਲਾ ਰਿਹਾ ਸੀ ਜਾਂ ਉਹ ਇੱਕ ਧਾਰਮਿਕ ਬੰਦਾ? ਜੇ ਉਹਦੇ ਇੰਨੇ ਲੋਕ ਉਹਦੇ ਅਨੁਯਾਈ ਸੀ, ਕੋਈ ਤਾਂ ਗੱਲ ਕਰਦਾ ਹੀ ਹੋਏਗਾ। ਸਿਮਰਨ, ਮੈਂ ਤੁਹਾਨੂੰ ਅੱਜ ਦਾਅਵੇ ਨਾਲ ਕਹਿ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਵਰਗਾ ਸੱਚਾ ਸਿੱਖ ਲੱਭਣਾ ਔਖਾ ਹੈ। ਬਹੁਤ ਹੀ ਸਿੰਸੀਅਰ ਇਨਸਾਨ, ਉਹਨਾਂ ਦੀ ਮਨਸ਼ਾ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਨਾ ਮੀਡੀਆ ਨੇ ਸਵਾਲ ਚੁੱਕਿਆ, ਨਾ ਕਿਸੇ ਹੋਰ ਨੇ ਆ ਕੇ ਕਿਹਾ। ਨਵਜੋਤ ਸਿੱਧੂ ਤੋਂ ਲੈ ਕੇ ਪ੍ਰਗਟ ਸਿੰਘ ਔਰ ਬਾਕੀ तमाम ਆਏ ਔਰ ਉਹਨਾਂ ਨੇ ਕਿਹਾ ਕਿ ਸਾਨੂੰ ਮਨਸ਼ਾ ਤੇ ਸਵਾਲ ਹੈ, ਸ਼ੱਕ ਹੈ ਸਾਨੂੰ ਇਸ ਗੱਲ ਦੇ ਉੱਤੇ। ਫਿਰ ਤੁਹਾਡੇ ਉਸੇ ਫੇਵਰੇਟ ਕੁਮਰ ਵਿਜੇ ਪ੍ਰਤਾਪ ਨੇ ਰਿਜ਼ਾਈਨ ਕਰਨ ਤੋਂ ਬਾਅਦ ਇਹ ਗੱਲ ਕਹੀ, ਇੰਟਰਵਿਊਜ਼ 'ਚ ਆ ਕੇ ਬਕਾਇਦਾ ਕਹੀ ਕਿ ਸਰਕਾਰ ਨੇ ਮੇਰਾ ਪੱਖ ਨਹੀਂ ਕੋਰਟ 'ਚ ਸਹੀ ਤਰੀਕੇ ਨਾਲ ਰੱਖਿਆ, ਸਰਕਾਰ ਸੁਪਰੀਮ ਕੋਰਟ ਜਾਂਦੀ। ਫਿਰ ਇਹ ਕਿਉਂ ਹੋਇਆ ਕਿ ਨਵਜੋਤ ਸਿੱਧੂ ਬੋਲੇ ਤਾਂ ਵਿਜੀਲੈਂਸ ਦੀ ਇਨਕੁਆਇਰੀ ਹੋ ਗਈ, ਚਰਨਜੀਤ ਚੰਨੀ ਵਾਲਾ ਮਾਮਲਾ ਦੁਬਾਰਾ ਉੱਠ ਖੜਾ ਹੋਇਆ, ਪ੍ਰਗਟ ਸਿੰਘ ਦੇ ਉੱਤੇ ਬਹੁਤ ਸਾਰੇ ਸਵਾਲ, ਧਮਕੀ, ਸੰਦੀਪ ਸੰਧੂ ਦੇ ਉੱਤੇ ਸਵਾਲ ਆ ਗਿਆ ਕਿ ਫੋਨ ਕਰਕੇ ਧਮਕੀਆਂ ਦੇ ਰਹੇ ਹੈ। ਜੇ ਕੋਈ ਪ੍ਰਗਟ ਸਿੰਘ ਨੇ ਕੋਈ ਰਿਕਾਰਡਿੰਗ ਕੀਤੀ ਹੈ, ਮੈਂ ਨਾ ਤਾਂ ਪ੍ਰਗਟ ਸਿੰਘ ਤੇ ਡਾਊਟ ਕ੍ਰੀਏਟ ਕਰਦਾ, ਨਾ ਹੀ ਸੰਦੀਪ ਸੰਧੂ ਤੇ ਕਰਦਾ। ਜਦੋਂ ਆਪਾਂ ਨੂੰ ਪਤਾ ਹੀ ਨਹੀਂ, ਉਹ ਕਹਿੰਦੇ ਜੀ ਮੈਂ ਤਾਂ ਕੀਤੀ ਨਹੀਂ, ਉਹ ਕਹਿੰਦੇ ਜੀ। ਨਵਜੋਤ ਸਿੰਘ ਸਿੱਧੂ ਤੁਹਾਡਾ ਚਿਹਰਾ ਨਹੀਂ ਹੋ ਸਕਦੇ, ਤੁਸੀਂ ਇੰਡੀਵਿਜੂਅਲੀ ਕੀ ਸੋਚਦੇ ਹੋ? ਤੁਸੀਂ ਐਜ਼ ਅ ਲੀਡਰ ਐਕਸੈਪਟ ਕਰਦੇ ਹੋ ਉਹਨਾਂ ਨੂੰ? ਜੇ ਕੱਲ ਨੂੰ ਉਹ ਚਿਹਰਾ ਪਾਰਟੀ ਦੇ ਦਿੰਦੀ ਹੈ, ਚਿਹਰਾ ਉੱਤੋਂ ਆ ਜਾਂਦਾ ਆਰਡਰ। ਲੀਡਰ ਤਾਂ ਸਾਡੇ ਹੋਰ ਵੀ ਬਥੇਰੇ ਨੇ, ਇਕੱਲੇ ਨਵਜੋਤ ਸਿੰਘ ਚਿਹਰਾ ਤਾਂ ਨਹੀਂ। ਔਨ ਏਅਰ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦਾ ਮੁੱਦਾ ਕਾਂਗਰਸ ਪਾਰਟੀ ਦੇ ਵਿੱਚ ਇੰਟਰਨਲੀ ਉੱਠ ਰਿਹਾ ਹੈ। ਨਵਜੋਤ ਸਿੱਧੂ ਤੋਂ ਬਾਅਦ ਇੱਕ ਇੱਕ ਕਰਕੇ तमाम ਵਿਧਾਇਕਾਂ ਨੇ ਆਪਣੀ ਪਾਰਟੀ ਦੇ ਖਿਲਾਫ, ਆਪਣੇ ਲੀਡਰਾਂ ਦੇ ਖਿਲਾਫ ਜਦੋਂ ਹੱਲਾ ਬੋਲਿਆ ਤਾਂ ਇਹ ਰੇੜਕਾ ਕਿੱਥੋਂ ਤੱਕ ਪਹੁੰਚਦਾ ਹੈ ਔਰ ਇਨਸਾਫ ਅੱਜ 4.5 ਸਾਲ ਬਾਅਦ ਕਿਉਂ ਨਹੀਂ ਮਿਲਿਆ, ਇਸ ਦੇ ਉੱਤੇ ਗੱਲਬਾਤ ਕਰਦੇ ਹਾਂ। ਕੁਲਦੀਪ ਸਿੰਘ ਵੈਦ ਸਾਹਿਬ ਗਿੱਲ ਹਲਕਾ ਤੋਂ ਵਿਧਾਇਕ ਔਰ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਵੈਦ ਸਾਹਿਬ, ਸਵਾਗਤ ਹੈ। ਸਿਮਰਨ ਜੀ, ਸਤਿ ਸ਼੍ਰੀ ਅਕਾਲ। ਵੈਦ ਸਾਹਿਬ ਬੜਾ ਸਿੰਪਲ ਸਵਾਲ ਹੈ। 4.5 ਸਾਲ ਹੋ ਗਏ, ਕੈਪਟਨ ਸਾਹਿਬ ਨੇ ਕਿਹਾ ਸੀ ਗੁੱਟ ਤੋਂ ਫੜ ਕੇ ਅੰਦਰ ਦੇਵਾਂਗੇ, ਬੇਦਬੀ ਕੀਤੀ ਹੈ, ਦਿੱਤੇ ਕਿਉਂ ਨਹੀਂ ਜੀ ਅੰਦਰ? ਦੇਖੋ, ਇਸ ਤਰ੍ਹਾਂ ਹੈ, ਹੁਣ ਤਾਂ ਮੇਰਾ ਖਿਆਲ ਸਾਰੇ ਪੰਜਾਬ ਦੇ ਲੋਕਾਂ ਨੂੰ, ਚਾਹੇ ਪੰਜਾਬੀ ਬਾਹਰ ਵੀ ਵਸਦੇ ਨੇ, ਉਹਨਾਂ ਨੂੰ ਵੀ ਸੱਚਾਈ ਦਾ ਪਤਾ ਲੱਗ ਚੁੱਕਿਆ ਹੋਇਆ। ਇਹ ਜਿਹੜਾ ਬੇਅਦਬੀ ਵਾਲਾ ਮਸਲਾ ਹੈ, ਇਹ ਸ਼੍ਰੋਮਣੀ ਅਕਾਲੀ ਦਲ ਵੇਲੇ ਸ਼ੁਰੂ ਹੋਇਆ ਸੀ। ਜਿਹੜੀ SIT ਖੱਟੜਾ ਸਾਹਿਬ ਦੀ ਬਣਾਈ ਸੀ, ਉਹਦੇ ਵਿੱਚ ਇਹ ਬੰਦੇ ਫੜ ਲਏ ਗਏ ਸੀ, ਇਹ ਬੰਦੇ ਛੱਡੇ ਗਏ। ਮੈਂ ਲੰਬੀ ਗੱਲ ਨਹੀਂ ਕਰਦੇ, ਤਾਂ ਸਾਰਿਆਂ ਨੂੰ ਪਤਾ ਹੈ। ਡੇਰਾ ਸੱਚਾ ਸੌਦੇ ਵਾਲੇ ਨਾਲ ਡੀਲ ਹੋਈ, ਉਹਦੀਆਂ ਫਿਲਮਾਂ ਚੱਲੀਆਂ, ਉਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾਂ ਪੇਸ਼ ਹੋਏ। ਇਹਦੀ ਇੱਕ ਹਿਸਟਰੀ ਬਣ ਗਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੀਰੀਅਡ ਦੇ ਵਿੱਚ ਕਿ ਸ਼੍ਰੀ ਅਕਾਲ ਤਖਤ ਸਾਹਿਬ ਕੋਈ ਇਨਸਾਨ ਪੇਸ਼ ਹੀ ਨਹੀਂ ਹੋਇਆ, ਤਾਂ ਵੀ ਸਾਡੀ ਸਰਕਾਰ ਨੇ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਉਹਨਾਂ ਨੇ ਜਥੇਦਾਰਾਂ ਸਾਹਿਬ ਤੋਂ ਮਾਫੀ ਦਵਾ ਦਿੱਤੀ, ਜਿਹੜੀ ਕਿ ਮੰਦਭਾਗੀ ਹੈ। ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਸੀ, ਉਹਨਾਂ ਨੇ ਧਰਨਾ ਲਾਇਆ ਕਿਉਂਕਿ ਇਲੈਕਸ਼ਨ ਨੇੜੇ ਆ ਰਹੀ ਸੀ। ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇਹ ਪਲਾਨ ਕੀਤਾ ਵੀ ਇਹ ਧਰਨਾ ਕਿਸ ਤਰ੍ਹਾਂ ਚੁਕਾਇਆ ਜਾਣਾ ਚਾਹੀਦਾ। ਉਹ ਆਪਣੇ ਸਾਰਿਆਂ ਦੇ ਸਾਹਮਣੇ ਹੀ ਹੈ। ਕੋਟਕਪੂਰਾ ਦੀ ਤਾਂ ਪੂਰੀ CCTV ਦੀ ਜਿਹੜੀ ਫੁਟੇਜ ਹੈ ਉਹ ਅਵੇਲੇਬਲ ਹੈ, ਆਪਾਂ ਦੇਖ ਸਕਦੇ ਹਾਂ। ਅਕਾਲੀ ਦਲ ਨੂੰ ਛੱਡੋ, ਵੈਦ ਸਾਹਿਬ ਇਹ ਵੀ ਛੱਡੋ ਵੀ ਪਹਿਲਾਂ ਕੀ ਹੋਇਆ। ਕਾਂਗਰਸ ਕਹਿੰਦੀ ਸੀ ਅਸੀਂ ਗੁੱਟ ਤੋਂ ਫੜ ਕੇ ਜਿਨ੍ਹਾਂ ਨੇ ਬੇਦਬੀ ਕੀਤੀ ਅੰਦਰ ਦੇਵਾਂਗੇ, ਤੁਹਾਡੀ ਪਾਰਟੀ ਨੇ ਅੰਦਰ ਕਿਉਂ ਨਹੀਂ ਦਿੱਤੇ? ਸਵਾਲ ਇਹ ਹੈ। ਸਿਮਰਨ ਜੀ, ਇਸ ਤਰ੍ਹਾਂ ਦੇਖੋ, ਕਿਸੇ ਨੂੰ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਿਲਕੁਲ ਇਹ ਕਿਹਾ ਸੀ
ਫੜ ਕੇ ਅੰਦਰ ਦੇਵਾਂਗੇ। ਫੜ ਕੇ ਅੰਦਰ ਇਹ ਨਹੀਂ ਦੇਵਾਂਗੇ ਕਿ ਵੀ ਜਦੋਂ ਸਰਕਾਰ ਬਣ ਗਈ ਲਿਆ ਕੇ ਫੜ ਕੇ। ਇਹ ਲਾਅ ਹੈ, ਜਿਹੜਾ ਲਾਅ ਆਫ ਲੈਂਡ ਹੈ ਉਹਨੇ ਪ੍ਰਵੇਲ ਕਰਨਾ ਹੈ। ਖਟੜਾ ਸਾਹਿਬ ਦੀ ਬਾਦਲ ਸਾਹਿਬ ਨੇ SIT ਬਣਾਈ, ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ, ਉਹ 1.5 ਸਾਲ ਕੁਝ ਨਹੀਂ ਕੀਤਾ। ਇਨਕੁਆਇਰੀ ਜਿਹੜੀ ਸੀ ਉਹ CBI ਨੂੰ ਚਲੀ ਗਈ। ਲੇਕਿਨ ਇਸ ਦੇ ਨਾਲ ਨਾਲ ਜਦੋਂ ਸਾਡੀ ਸਰਕਾਰ ਬਣੀ, ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜੇ ਰਿਟਾਇਰਡ ਬੜੇ ਆਨਰੇਬਲ ਹਾਈ ਕੋਰਟ ਦੇ ਜੱਜ ਨੇ, ਉਹਨਾਂ ਨੇ ਬਕਾਇਦਾ ਪ੍ਰੋਪਰ ਇਨਕੁਆਇਰੀ ਕੀਤੀ ਹੈ। ਮੈਂ ਉਹਨਾਂ ਦੀ ਰਿਪੋਰਟ ਦਾ ਕੱਲਾ ਕੱਲਾ ਜਿਹਨੂੰ ਕਹਿੰਦੇ ਆ ਲਾਈਨ ਪੜ੍ਹੀ ਹੈ ਉਸ ਰਿਪੋਰਟ ਦੀ। 18 ਦੇ ਵਿੱਚ CBI ਤੋਂ ਜਿਹੜੀ ਹੈਗੀ ਹੈ ਵਾਪਸ ਆਈ, SIT ਬਣਾਈ ਗਈ। ਕਮੀਆਂ ਜ਼ਰੂਰ ਰਹੀਆਂ, ਮੈਂ ਨਹੀਂ ਕਹਿੰਦਾ। 9 ਚਲਾਨ ਅਦਾਲਤਾਂ 'ਚ ਪੇਸ਼ ਕੀਤੇ ਗਏ। ਦੇਖੋ ਸਜ਼ਾ ਦੇਣੀ ਹੈ ਅਦਾਲਤਾਂ ਨੇ, ਸਰਕਾਰ ਦਾ ਕੰਮ ਸੀ। ਜਿਹੜੀ ਉਦੋਂ 2015 'ਚ ਜੋ ਘਟਨਾਕ੍ਰਮ ਹੋਇਆ ਸ਼੍ਰੋਮਣੀ ਅਕਾਲੀ ਦਲ ਵੇਲੇ, ਉਹਨਾਂ ਨੂੰ ਸਜ਼ਾਵਾਂ ਦੇਣ ਦਾ, ਸਾਡੀ ਸਰਕਾਰ ਨੇ ਉਹਦੀ ਇਨਕੁਆਇਰੀ ਕਰਾ ਕੇ SIT ਨੇ 9 ਚਲਾਨ ਅਦਾਲਤਾਂ ਦੇ ਵਿੱਚ ਪੇਸ਼ ਕੀਤੇ ਬਕਾਇਦਾ ਪ੍ਰੋਡਿਊਸ ਕੇ। ਅਦਾਲਤਾਂ ਨੇ ਉਹ ਚਲਾਨ ਐਕਸੈਪਟ ਕੀਤੇ, ਕੋਰਟ ਵਿੱਚ ਕੇਸ ਸਟਾਰਟ ਹੋ ਗਿਆ। ਇੱਕ ਜਿਹੜਾ ਚਲਾਨ ਸੀ 10ਵਾਂ ਚਲਾਨ, ਜਿਹਦਾ ਜ਼ਿਕਰ ਹੁਣ ਆਉਂਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਹਾਈ ਕੋਰਟ ਨੇ ਉਹਨੂੰ ਰੱਦ ਕਰ ਦਿੱਤਾ। ਇਹ ਸਾਰਾ ਕੁਝ ਵੀ ਕੁਐਸਚਨੇਬਲ ਹੈ। ਮੈਂ ਇਹ ਮੰਨਦਾ ਔਨ ਰਿਕਾਰਡ ਕਿ ਕੁਝ ਕਮੀਆਂ ਰਹੀਆਂ ਹੋਣਗੀਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ। ਇਹ ਕਿਹਦੇ ਐਂਡ ਤੋਂ ਕਮੀਆਂ? ਮੈਂ ਦੱਸਦਾ, ਕੁਝ ਕਮੀਆਂ ਰਹੀਆਂ ਹੋਣਗੀਆਂ ਇਨਵੈਸਟੀਗੇਸ਼ਨ ਦੇ ਵਿੱਚ। ਲੇਕਿਨ ਜਿੱਥੋਂ ਤੱਕ ਇਨਵੈਸਟੀਗੇਸ਼ਨ ਦਾ ਸੰਬੰਧ ਹੈ, ਇਹ ਇਨਵੈਸਟੀਗੇਸ਼ਨ ਸੀ, ਨਾ ਤਾਂ ਉਹਦੇ ਤੇ ਕ੍ਰਾਈਮ ਖਤਮ ਹੋਇਆ, ਨਾ ਕਿਸੇ ਹਾਈ ਕੋਰਟ ਦੇ ਜੱਜ ਨੇ ਇਹ ਕਿਹਾ ਕਿ ਜੀ ਉੱਥੇ ਤੱਕ ਕ੍ਰਾਈਮ ਹੀ ਨਹੀਂ ਹੋਇਆ। ਕ੍ਰਾਈਮ ਹੋਇਆ, ਉਹ ਬੰਦੇ ਫੜੇ ਗਏ, ਉਹ ਛੱਡੇ ਗਏ, ਇਹ ਸਾਰਾ ਕੁਝ ਘਟਨਾਕ੍ਰਮ ਵਾਪਰਿਆ। ਕੁੰਵਰ ਵਿਜੇ ਪ੍ਰਤਾਪ ਦਾ ਜਿਹੜਾ ਇਹ ਚਲਾਨ ਸੀ, ਇਹ 10ਵਾਂ ਚਲਾਨ ਸੀ। ਇਨ ਦਾ ਮੀਨ ਟਾਈਮ ਜਿਹੜੇ ਅਕਿਊਜ਼ਡ ਨੇ, ਤੁਸੀਂ ਦੇਖੋ, ਮੈਂ ਤੁਹਾਨੂੰ ਇਹ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕਿ ਅਕਿਊਜ਼ਡ ਦਾ ਜਿਹੜਾ ਪੱਖ ਹੈ ਉਹਦੀ ਵੀ ਤਹਿਕੀਕਾਤ ਕੀਤੀ ਜਾਵੇ। ਇੱਕ ਸਬ ਇੰਸਪੈਕਟਰ ਲੈਵਲ ਦਾ ਬੰਦਾ, ਇੱਕ ਇੰਸਪੈਕਟਰ ਲੈਵਲ ਦਾ ਬੰਦਾ ਲੱਖਾਂ ਰੁਪਇਆ ਦੇ ਵਕੀਲ ਕਰਕੇ ਖੜੇ ਕਰ ਰਿਹਾ ਆਪਣੇ ਆਪ ਨੂੰ। ਹਰ ਬੰਦੇ ਨੂੰ ਹੱਕ ਹੈ ਬਚਾਉਣ ਦਾ। ਲੇਕਿਨ ਇੱਥੇ ਇੱਕ ਸਵਾਲ ਪੈਦਾ ਹੁੰਦਾ, ਜਿਹੜੀ FIR 14/10/2015 ਨੂੰ ਦਰਜ ਹੋਈ, ਉਹ ਹੋਈ ਪੁਲਿਸ ਵਰਜਨ। ਪੁਲਿਸ ਨੇ ਕਿਹਾ ਕਿ ਜਿਹੜੇ ਉੱਥੇ ਲੋਕ ਬੈਠੇ ਸੀ ਉਹਨਾਂ ਨੇ ਸਾਡੇ ਤੇ ਅਟੈਕ ਕੀਤਾ, ਅਸੀਂ ਉਹਨਾਂ ਦੇ ਉੱਤੇ ਫਿਰ ਆ ਕੀਤੀ। ਪਰ ਗੋਲੀਆਂ ਚਲਾਉਣ ਦੀ ਕੀ ਲੋੜ ਪੈ ਗਈ ਸੀ ਪੁਲਿਸ ਨੂੰ? 17 ਜਾਂ 18/10 ਨੂੰ 4 ਦਿਨ ਬਾਅਦ, ਇਸ 14/10/15 ਦੀ ਰਿਪੋਰਟ ਹੈ ਇਹ ਪਹਿਲੀ। ਦੂਜੀ ਇਹਨਾਂ ਨੇ 3 ਦਿਨ ਬਾਅਦ ਇੱਕ FIR ਦਰਜ ਕੀਤੀ। ਹੁਣ ਮੈਨੂੰ ਸਿਮਰਨ ਤੁਸੀਂ ਦੱਸੋ ਕਿ ਕਦੇ ਉਹ ਜਿਹੜੀ ਕੀਤੀ ਉੱਥੇ 302 ਦਾ ਪਰਚਾ ਦਰਜ ਕੀਤਾ ਅਣਪਛਾਤੇ ਪੁਲਿਸ ਵਾਲਿਆਂ ਤੇ। ਯਾਰ ਕਦੇ ਪੁਲਿਸ ਵੀ ਅਣਪਛਾਤੀ ਹੁੰਦੀ ਹੈ? ਮਤਲਬ ਕਿ ਕਿੱਡਾ ਮੂਰਖ ਬਣਾਇਆ ਸ਼੍ਰੋਮਣੀ ਅਕਾਲੀ ਦਲ। ਇਹ ਸਾਰੀਆਂ ਗੱਲਾਂ ਦਾ ਜਵਾਬ ਲੈਣ ਵਾਸਤੇ ਤਾਂ ਲੋਕਾਂ ਨੇ ਤੁਹਾਨੂੰ ਸੱਤਾ 'ਚ ਲਿਆਂਦਾ ਸੀ ਨਾ। ਮੈਂ ਸਿਮਰਨ ਜੀ ਇਹ ਸਾਰੀਆਂ ਗੱਲਾਂ 16 ਦੇ ਐਂਡ 'ਚ 17 'ਚ ਵੀ ਤੁਸੀਂ ਕਰਦੇ ਸੀ, ਅੱਜ 2021 'ਚ ਵੀ ਕਰ ਰਹੇ ਆ ਜਦੋਂ 22 ਦੀਆਂ ਚੋਣਾਂ ਆ ਗਈਆਂ। ਆਪਾਂ ਇਹ ਗੱਲ ਤੁਹਾਡੇ ਨਾਲ ਤਾਂ ਕਰ ਰਹੇ ਹਾਂ ਕਿਉਂਕਿ ਜਿਹੜੀ ਹੁਣ ਜੱਜਮੈਂਟ ਆਈ ਉਹਦੇ ਨਾਲ ਗੱਲਾਂ ਕੋਰਿਲੇਟਡ ਨੇ। ਇਹ ਮੈਨੂੰ ਤਾਂ ਕਰਨੀਆਂ ਤੁਹਾਡੇ ਨਾਲ ਪੈ ਰਹੀਆਂ, ਪਤਾ ਸਾਰਿਆਂ ਨੂੰ ਹੈ। ਉਹ ਹੁਣ ਅਣਪਛਾਤੇ ਵਿਅਕਤੀਆਂ ਉੱਤੇ, ਪੁਲਿਸ ਅਫਸਰਾਂ ਦੇ ਉੱਤੇ, ਅਣਪਛਾਤੇ ਵੀ ਕਦੇ ਪੁਲਿਸ ਅਫਸਰ ਹੁੰਦੇ ਆ, ਉਹ ਹੋ ਗਈ। ਸਾਡੀ ਸਰਕਾਰ ਆ ਗਈ, ਮੇਰਾ ਖਿਆਲ 7/8/2018 ਨੂੰ ਅਸੀਂ FIR ਦਰਜ ਕੀਤੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ। ਉਹ ਰਿਪੋਰਟ ਕੀ ਕਹਿੰਦੀ ਹੈ? ਉਹ ਰਿਪੋਰਟ ਦੇ ਵਿੱਚ ਬਿਲਕੁਲ ਹਰਫ ਸੋ ਹਰਫ ਬਿਲਕੁਲ ਠੀਕ ਲਿਖਿਆ ਜੋ ਘਟਨਾਕ੍ਰਮ ਹੋਇਆ। CCTV ਦੀ ਜਿਹੜੀ ਫੁਟੇਜ ਹੈ, ਇੱਕ ਇੱਥੇ ਹੁਣ ਤੁਸੀਂ ਕਹੋਗੇ ਫਿਰ ਪਿੱਛੇ ਜਾਂਦਾ, ਜਸਟਿਸ ਜੋਰਾ ਸਿੰਘ ਕਮਿਸ਼ਨ ਨੂੰ ਪੁਲਿਸ ਨੇ CCTV ਦੀ ਫੁਟੇਜ ਹੀ ਨਹੀਂ ਦਿਖਾਈ। ਤੁਸੀਂ ਦੇਖੋ ਕਿੱਡੀਆਂ ਵੱਡੀਆਂ ਉਹਦੇ ਚ ਊਣਤਾਈਆਂ ਰੱਖੀਆਂ ਗਈਆਂ ਤਾਂ ਕਿ ਮੈਟਰ, ਕਿਉਂਕਿ ਉਹ ਸਰਕਾਰ ਤਾਂ ਰੋਕ ਨਹੀਂ ਸਕਦੇ, ਅਦਰਵਾਈਜ਼ ਤਾਂ ਸ਼੍ਰੋਮਣੀ ਅਕਾਲੀ ਦਲ ਤਾਂ ਕਹਿੰਦੇ ਅਸੀਂ ਅਗਲੀ ਸਰਕਾਰ ਵੀ ਬਣਾਉਣੀ ਆ ਕਿਉਂਕਿ ਡੇਰੇ ਦੀ ਸਪੋਰਟ ਲੈਣੀ ਸੀ। ਲੇਕਿਨ ਉਹ ਕੁਦਰਤ ਨੂੰ ਇਹ ਗੱਲਾਂ ਨਹੀਂ ਸੀ ਮਨਜ਼ੂਰ। ਅਕਾਲੀ ਦਲ ਤਾਂ ਕਹਿੰਦਾ ਹੈ ਕਿ ਡੇਰਾ ਤਾਂ ਸਪੋਰਟ ਕਰਦਾ ਹੀ ਕਾਂਗਰਸ ਨੂੰ ਆਇਆ। 2007 ਚ ਕਾਂਗਰਸ ਨੂੰ ਸਪੋਰਟ, 12 ਚ ਕਾਂਗਰਸ ਨੂੰ ਸਪੋਰਟ। ਸਿਮਰਨ, ਬਹੁਤ ਸਾਰੇ ਕਾਂਗਰਸੀ ਜਾਂਦੇ ਰਹੇ ਆ ਉੱਥੇ, ਰਾਮ ਰਹੀਮ ਦੇ ਸਾਰੇ ਜਾਂਦੇ ਰਹੇ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਵੀਰ ਸਿੰਘ ਬਾਦਲ ਬੈਠੇ ਆਂਦੀਆਂ, ਸਾਰੇ ਲੀਡਰਾਂ ਦੀਆਂ ਫੋਟੋਆਂ ਨੇ ਉਹਦੇ, ਕੈਪਟਨ ਅਮਰਿੰਦਰ ਸਿੰਘ ਦੀਆਂ ਵੀ ਤਸਵੀਰਾਂ ਨੇ, ਬਿਲਕੁਲ ਸਾਰਿਆਂ ਦੀ ਹੈਗੀਆਂ ਨੇ। ਨਵਜੋਤ ਸਿੰਘ ਸਿੱਧੂ ਦੀਆਂ ਤਸਵੀਰਾਂ ਨੇ। ਸਿਮਰਨ, ਮੈਂ ਤੁਹਾਨੂੰ ਅੱਜ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਜਿਹੜੀ ਕਿ ਸ਼ਾਇਦ ਮੈਂ ਤੁਹਾਡੇ ਨਾਲ ਕਦੇ ਪਹਿਲਾਂ ਵੀ ਇੰਟਰਵਿਊ 'ਚ ਕਹੀ ਸੀ। ਸਿਰਫ ਅਸੀਂ ਵੋਟਾਂ ਦੀ ਰਾਜਨੀਤੀ ਕਰਨ ਲੱਗ ਗਏ, ਹੋਰ ਸਾਡੀਆਂ ਕੋਈ ਜ਼ਿੰਮੇਵਾਰੀਆਂ ਨਹੀਂ ਲੀਡਰਾਂ ਦੀਆਂ। ਮੈਂ ਵੱਡੇ ਲੀਡਰਾਂ ਦੀ ਗੱਲ ਕਰਦਾ। ਚਲੋ ਇਹ ਘਟਨਾਕ੍ਰਮ ਹੋ ਗਿਆ,
ਨਹੀਂ ਕਰਨਾ ਚਾਹੀਦਾ। ਮੈਂ ਤੁਹਾਨੂੰ ਤੁਹਾਡੀ ਇੱਕ ਇੰਟਰਵਿਊ 'ਚ ਮੈਂ ਪਹਿਲਾਂ ਵੀ ਕਿਹਾ ਸੀ ਕਿ ਜੇ ਮੇਰੇ ਕੰਮ ਚੰਗੇ ਨੇ, ਜੇ ਲੋਕ ਮੈਨੂੰ ਪਸੰਦ ਕਰਨੇ ਆ, ਤਾਂ ਮੈਨੂੰ ਕਿਸੇ ਆਲਤੂ ਫਾਲਤੂ ਬੰਦਿਆਂ ਕੋਲੇ ਜਾ ਕੇ ਮੱਥੇ ਟੇਕਣ ਦੀ ਜ਼ਰੂਰਤ ਨਹੀਂ ਹੈ। ਕਿਉਂ ਜਾਣਾ? ਤੁਸੀਂ ਆਪਣਾ ਕੰਮ ਵਧੀਆ ਕਰੋ। ਹਾਂ, ਜਿਹੜਾ ਕੋਈ ਸੇਂਟ ਹੈ, ਤੁਹਾਨੂੰ ਲੱਗਦਾ ਵੀ ਉਹ ਅੱਛਾ ਕੰਮ ਕਰ ਰਿਹਾ, ਸੋਸਾਇਟੀ ਰਿਲੀਜੀਅਨ ਦੀ ਵੀ ਲੋੜ ਹੈ। ਦੇਖੋ ਮੈਂ ਤੁਹਾਨੂੰ ਗੱਲ ਦੱਸਾਂ, ਰਿਲੀਜੀਅਨ ਦੀ ਬਹੁਤ ਜ਼ਰੂਰਤ ਹੈ। ਇੱਕ ਪਾਸੇ ਸਰਕਾਰ ਦਾ ਸਟੇਟ ਲਾਅ ਹੈ, ਇੱਕ ਪਾਸੇ ਰਿਲੀਜੀਅਨ ਹੈ। ਬੰਦਾ ਤਾਂ ਚੱਲਦਾ, ਤਾਂ ਬੰਦੇ ਦਾ ਜਿਹੜਾ ਇਹ ਦਿਮਾਗ ਆ ਉਹ ਸੈੱਟ ਰਹਿੰਦਾ। ਰਾਮ ਰਹੀਮ ਨੂੰ ਮੰਨਦੇ ਹੋ ਕਿ ਉਹ ਰਿਲੀਜੀਅਨ ਚਲਾ ਰਿਹਾ ਸੀ ਜਾਂ ਉਹ ਇੱਕ ਧਾਰਮਿਕ ਬੰਦਾ ਸੀ? ਉਹਦੇ ਵਿੱਚ ਸਿਮਰਨ ਇਸ ਤਰ੍ਹਾਂ, ਮੈਂ ਉਹਨਾਂ ਦੇ ਰਿਲੀਜੀਅਨ ਬਾਰੇ ਕੋਈ ਸਟੱਡੀ ਨਹੀਂ ਕੀਤੀ, ਪਰ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ, ਜੇ ਉਹਦੇ ਇੰਨੇ ਲੋਕ ਉਹਦੇ ਅਨੁਯਾਈ ਸੀ, ਕੋਈ ਤਾਂ ਗੱਲ ਕਰਦਾ ਹੀ ਹੋਏਗਾ। ਮੈਂ ਅੱਜ ਤੱਕ ਉਹਦੇ ਕਦੇ ਡੇਰੇ ਤੇ ਨਹੀਂ ਗਿਆ, ਮੇਰੀ ਉਹਦੇ ਕਿਸੇ ਡੇਰੇ ਵਾਲੇ ਨਾਲ ਕਦੇ ਕੋਈ ਇੰਟਰੈਕਸ਼ਨ ਨਹੀਂ ਹੋਈ। ਮੈਂ ਤਾਂ ਜੋ ਅਖਬਾਰਾਂ 'ਚ ਪੜ੍ਹਿਆ, ਜੋ ਟੈਲੀਵਿਜ਼ਨ ਤੇ ਵੇਖਿਆ, ਮੇਰੀ ਤਾਂ ਉਹ ਨੌਲੇਜ ਹੈ। ਮੈਂ ਕਦੇ ਉਹਨਾਂ ਦੇ ਡੇਰੇ ਤੇ ਨਹੀਂ ਗਿਆ। ਉਹ ਕੀ ਕਰਦੇ ਸੀ, ਕੀ ਨਹੀਂ ਕਰਦੇ ਸੀ, ਇਹ ਸਾਰਾ ਕੁਝ ਅਖਬਾਰਾਂ 'ਚ ਪੜ੍ਹਿਆ। ਜੋ ਕੋਰਟ ਨੇ ਉਹਨਾਂ ਨੂੰ ਜਿਨ੍ਹਾਂ ਕੇਸਿਸ ਦੇ ਵਿੱਚ ਸਜ਼ਾ ਦਿੱਤੀ ਹੈ, ਅੱਜ ਉਹ ਜੇਲ੍ਹ ਦੇ ਵਿੱਚ ਹੈ। ਮੈਂ ਤਾਂ ਉਹ ਕੋਰਟ ਦੀਆਂ ਪ੍ਰੋਸੀਡਿੰਗਸ ਦੇਖੀਆਂ ਨੇ। ਇਸ ਪੂਰੇ ਚੈਪਟਰ 'ਚ ਸ਼ੱਕੀ ਕੈਪਟਨ ਅਮਰਿੰਦਰ ਸਿੰਘ ਹੋ ਰਹੇ ਹੈ, ਔਰ ਸ਼ੱਕੀ ਕੌਣ ਕਰ ਰਿਹਾ ਹੈ? ਤੁਹਾਡੇ ਆਪਣੇ ਵੱਡੇ ਲੀਡਰਸ ਕਰ ਰਹੇ ਹੈ। ਨਾ ਮੀਡੀਆ ਨੇ ਸਵਾਲ ਚੁੱਕਿਆ, ਨਾ ਕਿਸੇ ਹੋਰ ਨੇ ਆ ਕੇ ਕਿਹਾ। ਨਵਜੋਤ ਸਿੱਧੂ ਤੋਂ ਲੈ ਕੇ ਪ੍ਰਗਟ ਸਿੰਘ ਔਰ ਬਾਕੀ तमाम ਆਏ, ਔਰ ਉਹਨਾਂ ਨੇ ਕਿਹਾ ਕਿ ਸਾਨੂੰ ਮਨਸ਼ਾ ਤੇ ਸਵਾਲ ਹੈ, ਸ਼ੱਕ ਹੈ ਸਾਨੂੰ ਇਸ ਗੱਲ ਦੇ ਉੱਤੇ। ਦੇਖੋ ਇਸ ਤਰ੍ਹਾਂ ਹੈ, ਜੋ ਕੈਪਟਨ ਅਮਰਿੰਦਰ ਸਿੰਘ ਬੈਸਟ ਕਰ ਸਕਦੇ ਸੀ ਉਹਨਾਂ ਨੇ ਕੀਤਾ। SIT ਬਣਾਈ ਗਈ। SIT ਇਕੱਲੇ ਕੈਪਟਨ ਅਮਰਿੰਦਰ ਸਿੰਘ ਨਹੀਂ ਬਣਾਈ, SIT ਦੇ ਵਿੱਚ ਸਾਡੇ ਹੋਰ ਵੀ ਮਿਨਿਸਟਰ ਸ਼ਾਮਲ ਸੀ, ਜਿਨ੍ਹਾਂ ਨੇ ਉਸ ਟਾਈਮ ਸੁਜੈਸ਼ਨ ਨਹੀਂ ਦਿੱਤੀ ਕਿ ਇਹ ਚੰਗਾ ਅਫਸਰ ਆ, ਕੋਈ ਮਾੜਾ ਅਫਸਰ ਨਹੀਂ ਹੈ। ਜੇ ਆਪਾਂ ਦੇਖਿਆ ਜਾਏ, ਉਸ ਬੰਦੇ ਦੇ ਖਿਲਾਫ ਕੋਈ ਕੰਪਲੇਂਟ ਨਹੀਂ, ਉਸ ਬੰਦੇ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਚਾਰजेस ਨਹੀਂ ਹੈ। IPS ਆਫੀਸਰ ਸੀ, ਠੀਕ ਹੈ, ਵਧੀਆ ਕੰਮ ਉਹਨੇ ਕੀਤਾ। ਕੁਝ ਗੱਲਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਕੁਝ ਗੱਲਾਂ ਦੇ ਵਿੱਚ ਡਿਲੇ ਜ਼ਰੂਰ ਹੋਈ, ਉਹਦੇ ਕਈ ਕਾਰਨ ਹੁੰਦੇ ਆ ਸਿਮਰਨ, ਸਾਨੂੰ ਬਾਹਰੋਂ ਬੈਠਿਆ ਕਈ ਵਾਰੀ ਨਹੀਂ ਪਤਾ ਲੱਗਦਾ, ਠੀਕ ਹੈ। ਇਹ ਬੜੀ ਲੰਬੀ ਡਿਬੇਟ ਹੈ। ਮੈਂ ਆਪ ਮਹਿਸੂਸ ਕਰਦਾ ਕਿ ਇਹ ਡਿਲੇ ਹੋਇਆ। ਜਿੱਥੋਂ ਤੱਕ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਹੋ ਸਿਮਰਨ, ਮੈਂ ਤੁਹਾਨੂੰ ਅੱਜ ਦਾਅਵੇ ਨਾਲ ਕਹਿ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਵਰਗਾ ਸੱਚਾ ਸਿੱਖ ਲੱਭਣਾ ਔਖਾ ਆ। ਉਸ ਬੰਦੇ ਤੇ ਜੋ ਪੰਜਾਬ ਦਾ ਦਰਦ ਹੈ, ਜੋ ਸਾਡੇ ਰਿਲੀਜੀਅਨ ਦਾ ਦਰਦ ਹੈ, ਉਹ ਆਮ ਆਦਮੀਆਂ 'ਚ ਮੈਨੂੰ ਦੇਖਣ ਨੂੰ ਨਹੀਂ ਮਿਲਿਆ। ਬਹੁਤ ਹੀ ਸਿੰਸੀਅਰ ਇਨਸਾਨ ਹੈ, ਉਹਨਾਂ ਦੀ ਮਨਸ਼ਾ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਹੁਣ ਆ ਜੋ ਜਿਹੜੀ ਤੁਸੀਂ ਸਾਡੇ ਬੰਦਿਆਂ ਦੀ ਗੱਲ ਕਰਦੇ ਹੋ, ਹਰ ਇਨਸਾਨ ਇਹ ਸੋਚਦਾ ਹੈ ਕਿ ਯਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਸਾਡਾ ਸਮਾਂ ਸੀ ਉਹ ਹੌਲੀ ਹੌਲੀ ਬੀਤਿਆ ਹੀ ਜਾ ਰਿਹਾ ਹੈ। ਅੱਜ 16 ਮਾਰਚ ਨੂੰ ਮੇਰਾ ਖਿਆਲ ਸ਼ਾਇਦ 2017 ਨੂੰ ਅਸੀਂ ਸਹੁੰ ਚੁੱਕੀ ਸੀ। ਅੱਜ ਮੇਰਾ ਖਿਆਲ ਅੱਜ 27 ਮਈ ਹੈ, ਤੇ ਮਹੀਨੇ ਤਾਂ ਸਾਰੇ 8-9 ਰਹਿ ਗਏ ਆ, 10 ਰਹਿ ਗਏ ਹੋਣੇ ਆ। ਹਰ ਇੱਕ ਬੰਦਾ ਸੋਚਦਾ ਕਿ ਜੋ ਕੁਝ ਅਸੀਂ ਸੋਚ ਕੇ ਆਏ ਸੀ ਉਹਨਾਂ ਦੇ ਵਿੱਚ ਡਿਲੇ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਵੀ ਮੰਨਦੇ ਆ, ਲੇਕਿਨ ਉਹਨਾਂ ਦੀ ਮਨਸ਼ਾ ਤੇ ਸਵਾਲ ਨਹੀਂ ਖੜਿਆ ਕੀਤਾ ਜਾ ਸਕਦਾ ਕਿ ਉਹ ਡਿਲੇ ਕਰਨਾ ਚਾਹੁੰਦੇ ਸੀ। ਹਾਲਾਤ ਨੇ ਜਿਹੜੇ ਸਾਡੇ ਅਕਿਊਜ਼ ਨੇ, ਜੇ ਆਪਾਂ ਇਹ ਸਾਰੇ ਕੇਸ ਦੀ ਸਟੱਡੀ ਕਰੀਏ ਤਾਂ 6 ਕੇਸ ਐਸੇ ਨੇ ਜਿਹਦੇ ਵਿੱਚ ਸਾਡੇ ਕਾਂਗਰਸ ਦੇ ਜਿਹੜੇ ਸਾਡੇ ਐਡਵੋਕੇਟ ਜਨਰਲ ਹੈ ਜਾਂ ਜਿਹੜੇ ਸਾਡੇ ਲਾਅ ਆਫੀਸਰ, ਉਹਨਾਂ ਨੇ 6 ਕੇਸ ਜਿੱਤੇ ਹੈ, ਕਿਉਂਕਿ ਅਕਿਊਜ਼ ਨੇ ਜਿਹੜੇ ਇਸ ਕੇਸ ਦੇ ਵਿੱਚ, ਚਾਹੇ ਉਹ ਇੰਸਪੈਕਟਰ ਹੈ, ਚਾਹੇ ਉਹ DIG ਹੈ, ਚਾਹੇ ਉਹ IG ਹੈ, ਚਾਹੇ ਉਹ DGP ਹੈ, ਠੀਕ ਹੈ। ਫਿਰ ਤੁਹਾਡੇ ਉਸੇ ਫੇਵਰੇਟ ਕੁਮਰ ਵਿਜੇ ਪ੍ਰਤਾਪ ਨੇ ਰਿਜ਼ਾਈਨ ਕਰਨ ਤੋਂ ਬਾਅਦ ਇਹ ਗੱਲ ਕਹੀ, ਇੰਟਰਵਿਊਜ਼ 'ਚ ਆ ਕੇ ਬਕਾਇਦਾ ਕਹੀ ਕਿ ਸਰਕਾਰ ਨੇ ਮੇਰਾ ਪੱਖ ਨਹੀਂ ਕੋਰਟ 'ਚ ਸਹੀ ਤਰੀਕੇ ਨਾਲ ਰੱਖਿਆ, ਸਰਕਾਰ ਸੁਪਰੀਮ ਕੋਰਟ ਜਾਂਦੀ, ਦੇਖੋ ਇਸ ਫੈਸਲੇ ਦੇ ਖਿਲਾਫ ਚੈਲੰਜ ਕਰਕੇ ਮੇਰੇ ਨਾਲ ਖੜਦੀ ਸਰਕਾਰ। ਨਹੀਂ, ਮੈਂ ਇਹਦੇ ਇਸ ਇਸ਼ੂ ਤੇ ਕੁੰਵਰ ਵਿਜੇ ਪ੍ਰਤਾਪ ਨਾਲ ਸਹਿਮਤ ਨਹੀਂ ਹਾਂ। ਮੈਂ ਆਪ ਇੱਕ ਪ੍ਰੋਫੈਸ਼ਨਲ ਹਾਂ, ਮੈਂ ਆਪ ਵੀ ਐਡਵੋਕੇਟ ਹਾਂ। ਜਦੋਂ ਮੈਂ ਨੌਕਰੀ 'ਚ ਆਇਆ ਸੀ ਉਸ ਤੋਂ ਪਹਿਲਾਂ ਵੀ ਐਡਵੋਕੇਟ ਸੀ, ਜਦੋਂ ਮੈਂ ਨੌਕਰੀ ਛੱਡੀ ਉਸ ਤੋਂ ਬਾਅਦ ਵੀ ਮੈਂ ਹੁਣ ਐਡਵੋਕੇਟ ਵੀ ਨਾਲ ਹਾਂ, MLA-ਸ਼ਿਪ ਦੇ ਨਾਲ। ਦੇਖੋ, ਲੀਗਲ ਪ੍ਰੋਸੀਜਰ ਹਮੇਸ਼ਾ ਲਾਅ ਦੇ ਵਿੱਚ ਕੋਈ ਨਾ ਕੋਈ ਫਲॉ, ਕੋਈ ਨਾ ਕੋਈ ਹੁੰਦਾ ਹੈ। ਜਿਹੜੇ ਸਾਡੇ ਐਡਵੋਕੇਟ ਆ, ਤੁਸੀਂ ਦੇਖੋ, ਮੈਂ ਇੱਥੇ ਨਾਂ ਲੈਣ 'ਚ ਮੈਨੂੰ ਸਰਦਾਰ ਸੁਮੇਧ ਸਿੰਘ ਸੈਣੀ ਜਿਹੜੇ DGP ਰਹੇ ਨੇ, ਉਹਨਾਂ ਦੇ ਕੇਸ ਕਿੱਦਾਂ ਲਟਕਦੇ ਆ ਰਹੇ ਨੇ। ਅਕਿਊਜ਼ਡ ਆ ਜਿਹੜਾ, FIRਾਂ ਦਰਜ ਨੇ, ਉਹ ਕਿਵੇਂ ਆਪਣੇ ਆਪ ਨੂੰ ਸੇਵ ਕਰ ਰਿਹਾ। ਲਾਅ ਦੀ ਮੈਨੂਪੂਲੇਸ਼ਨ ਦੇ ਨਾਲ ਇਹ ਸਾਰਾ ਕੁਝ ਹੋਇਆ। ਇਹ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਮਨਸ਼ਾ ਦੇ ਉੱਤੇ ਕੋਈ ਸ਼ੱਕ ਕੀਤਾ ਜਾ ਸਕਦਾ। ਇਹ ਜੇ ਆਪਾਂ ਜੱਜਮੈਂਟ ਪੜ੍ਹੀਏ, ਮੈਂ ਪਹਿਲਾਂ ਵੀ ਟੈਲੀਵਿਜ਼ਨ ਤੇ 99 ਪੇਜਾਂ ਦੀ ਜੱਜਮੈਂਟ ਹੈ ਸਿਮਰਨ। ਆਮ ਸੋ ਸੌਰੀ, ਮੈਨੂੰ ਨਹੀਂ ਪਤਾ ਤੁਸੀਂ ਪੜ੍ਹੀ ਕਿ ਨਹੀਂ ਪੜ੍ਹੀ, ਪਰ ਜੇ ਨਹੀਂ ਪੜ੍ਹੀ ਤਾਂ ਉਹਨੂੰ ਪੜ੍ਹਿਓ ਜ਼ਰੂਰ। ਮੈਂ ਪੜ੍ਹੀ, ਬਿਲਕੁਲ ਪੜ੍ਹੀ ਆ। ਮੈਂ ਹੁਣ ਤੁਹਾਨੂੰ, ਚਲੋ ਤੁਸੀਂ ਮੇਰੀ ਇੰਟਰਵਿਊ ਕਰ ਰਹੇ ਹੋ, ਮੈਂ ਇੱਕ ਵੱਡਾ ਸਵਾਲ ਉਹਦੇ ਵਿੱਚ ਇਹ ਹੈ, ਇੱਕ ਮਿੰਟ ਮੈਂ ਉਹਦਾ ਪੋਸਟਮਾਰਟਮ ਨਹੀਂ ਕਰਦੇ, ਪਰ
ਆਮ ਬੰਦਾ ਵੀ ਅਗਰ ਉਹ ਜੱਜਮੈਂਟ ਪੜ੍ਹੇ ਤਾਂ ਉਹ ਰਿਅਲਾਈਜ਼ ਕਰੇਗਾ ਵੀ ਯਾਰ ਪੁਲਿਸ ਵਰਜਨ ਨੂੰ ਹੀ ਇਹਨਾਂ ਨੇ ਜਿਹੜੀ ਵੀ ਉਹ ਜੱਜਮੈਂਟ ਆਈ ਉਹਦੇ ਚ ਪੁਲਿਸ ਵਰਜਨ ਨੂੰ ਹੀ ਮੰਨ ਲਿਆ। ਜਿਹੜੀ 10 ਮੇਰੇ ਖਿਆਲ 14/10/2015 ਦੀ ਜਿਹੜੀ ਮੇਰੇ ਖਿਆਲ ਸ਼ਾਇਦ 192 ਨੰਬਰ 129 ਨੰਬਰ FIR ਹੈ, ਸ਼ਾਇਦ ਉਹਨੂੰ ਹੀ ਮੰਨ ਲਿਆ, ਪੁਲਿਸ ਵਰਜਨ ਨੂੰ ਮੰਨ ਲਿਆ, CCTV ਦੀ ਫੁਟੇਜ ਨੂੰ ਧਿਆਨ ਹੀ ਨਹੀਂ ਦਿੱਤਾ। ਇੱਕ ਮੈਂ ਜਨਰਲ ਸਵਾਲ ਹੈ, ਹਾਲੇ 1 ਮਿੰਟ ਮੈਂ ਤੁਹਾਡਾ ਲਊਂਗਾ। ਉਹ CCTV ਕੈਮਰੇ ਨੂੰ ਵੇਖੋ ਜਿਹੜੇ ਉਹਦੇ ਵਿੱਚ ਆਪਣਾ ਉਹ ਜਿਹੜੀ ਆਪਣੀ ਫੁਟੇਜ ਹੈ, ਫੁਟੇਜ ਜੇ ਤੁਸੀਂ ਦੇਖੋ ਸ਼ਾਂਤਮਈ ਬੈਠੇ ਨੇ ਸਵੇਰੇ 5:23 ਤੇ ਲੋਕ 5:23 ਤੇ ਲੋਕ ਉੱਥੇ ਕਿਰਪਾਨਾਂ ਲਈ ਤਾਂ ਸਾਡੇ ਸਿੰਘ ਨਹੀਂ ਸੀ ਬੈਠੇ। ਪੁਲਿਸ ਉਹਨਾਂ ਨੂੰ ਘੇਰਾ ਪਾ ਰਹੀ ਹੈ, ਪੁਲਿਸ ਉਹਨਾਂ ਨੂੰ ਘੇਰਾ ਪਾ ਕੇ ਉਹਨਾਂ ਤੇ ਪਾਣੀ ਦੀ ਬੁਛਾੜ ਕਰ ਰਹੀ ਹੈ, ਫਿਰ ਉਹਨਾਂ ਤੇ ਲਾਠੀ ਚਾਰਜ ਕਰ ਦਿੱਤਾ। ਹੁਣ ਸੁੱਤੇ ਪਿਆ ਬੰਦਿਆਂ ਦੇ ਉੱਤੇ ਲਾਠੀ ਚਾਰਜ ਮੇਰੇ ਤੇ ਵੀ ਹੋਵੇ ਤਾਂ ਮੈਂ ਹੁਣ ਮਾੜਾ ਮੋਟਾ ਹਿਊ ਕਰਾਈ ਤਾਂ ਕਰੂੰਗਾ। ਫਿਰ ਉਹਨਾਂ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਦੋਂ ਲਾਠੀ ਚਾਰਜ ਕੀਤਾ ਲੋਕਾਂ ਨੇ ਹੱਲਾ ਗੁੱਲਾ ਉੱਥੇ ਕਰਨਾ ਹੀ ਸੀਗਾ। ਕਿਸੇ ਨੂੰ ਕੁੱਟੋਗੇ ਤੁਸੀਂ ਆ ਕੇ ਸੁੱਤੇ ਪਿਆ ਨੂੰ, ਉਹ ਬੰਦਾ ਕੀ ਕਰੂਗਾ? ਉਹ ਸਾਰੀ CCTV ਦੀ ਫੁਟੇਜ ਇੱਕ ਪਾਸੇ ਰੱਖ ਲਓ ਤੇ ਜਿਹੜੀ ਜੱਜਮੈਂਟ ਆ ਉਹ ਇੱਕ ਪਾਸੇ ਰੱਖ ਲਓ, ਫਿਰ ਤੁਸੀਂ ਆਪ ਐਨਾਲਿਸਿਸ ਕਰੋ ਵੀ ਕੀ ਹੋਇਆ। ਵੈਦ ਸਾਹਿਬ ਉਹੀ CCTV ਫੁਟੇਜ ਤਾਂ ਨਵਜੋਤ ਸਿੱਧੂ ਵੀ ਫਿਰ ਲੈ ਕੇ ਆਉਂਦੇ ਆ, ਦਿਖਾ ਰਹੇ ਆ ਉਹ। ਫਿਰ ਸਵਾਲ ਤਾਂ ਤੁਹਾਡੀ ਸਰਕਾਰ ਤੇ ਆਪਣੀ ਸਰਕਾਰ ਤੇ ਕਰ ਰਹੀ ਹੈ ਨਾ ਸਿਮਰਨ। ਇਹ ਅਕਾਲੀ ਦਲ ਇਹ ਚੀਜ਼ ਤਾਂ ਐਕਸੈਪਟਡ ਹੋਗੀ, ਮੰਨ ਲਿਆ ਲੋਕਾਂ ਨੂੰ, ਤੁਸੀਂ ਇਹ ਕਹਿਤਾ ਬਿਲੀਵ ਕਰਾਤਾ ਕਿ ਅਕਾਲੀ ਦਲ ਨੇ ਸਭ ਕੁਝ ਕਰਾਇਆ। ਅੱਜ ਸਵਾਲ ਤਾਂ ਉੱਥੇ ਹੀ ਖੜਾ ਨਾ ਕਿ ਸਿਮਰਨ ਆਨਰੇਬਲ ਹਾਈ ਕੋਰਟ ਦੇ ਜੱਜ ਨਾ ਤੁਸੀਂ ਸੀ ਨਾ ਮੈਂ ਸੀ। ਉਹ ਜੇ CCTV ਮੈਂ ਤਦ ਹੀ ਤੁਹਾਨੂੰ ਕਿਹਾ ਕਿ ਉਹ ਜੱਜਮੈਂਟ ਪੂਰੀ ਪੜੋ ਤੇ ਨਾਲ ਇੱਕ ਪਾਸੇ CCTV ਜਿਹੜੀ ਫੁਟੇਜ ਉਹ ਚਲਾਓ, ਤੁਹਾਨੂੰ ਜੱਜਮੈਂਟ ਕਲੀਅਰ ਹੋ ਜੂਗੀ। ਅਸੀਂ ਮਾਨ ਮਰਿਆ ਮੈਂ ਤੁਹਾਡੀ ਜਾਂ ਮੇਰੀ ਜੱਜਮੈਂਟ ਮੈਟਰ ਨਹੀਂ ਕਰਦੀ ਨਾ। ਤੁਸੀਂ ਆਪ ਕਹਿ ਰਹੇ ਹੋ ਕਿ ਕਾਨੂੰਨ ਦੇ ਹਿਸਾਬ ਤੇ ਚੱਲਣਾ ਹੈ। ਇਹ ਤਾਂ ਸੁਪਰੀਮ ਕੋਰਟ 'ਚ ਚੈਲੰਜ ਹੋਣੀ ਸੀ ਜਾ ਕੇ। ਅੱਜ ਦਾ ਜੋ ਕੈਪਟਨ ਅਮਰਿੰਦਰ ਸਿੰਘ ਨੇ ਡਿਸਾਈਡ ਕੀਤਾ, ਜੋ ਸਾਡੀ ਇੰਟਾਇਰ ਕੈਬਨਿਟ ਨੇ ਡਿਸਾਈਡ ਕੀਤਾ, ਮੈਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ MLA ਨਾਲ ਮੀਟਿੰਗ ਸ਼ੁਰੂ ਕੀਤੀਆਂ, ਆਈ ਐਪਰੀਸ਼ੀਏਟ ਕਿ ਉਹ ਬਹੁਤ ਚੰਗਾ ਸਟੈਪ ਸੀਗਾ ਕੈਪਟਨ ਅਮਰਿੰਦਰ ਸਿੰਘ ਦਾ। ਕਿਵੇਂ? ਉਹਨਾਂ ਨੇ ਸਾਨੂੰ ਸਾਰਿਆਂ ਨੂੰ ਪੁੱਛਿਆ, ਅਸੀਂ ਸਵਾਲ ਕੀਤੇ DGP ਨੂੰ, ਅਸੀਂ ਸਵਾਲ ਕੀਤੇ ਸਾਡੇ ਐਡਵੋਕੇਟ ਜਨਰਲ ਨੂੰ। ਐਡਵੋਕੇਟ ਜਨਰਲ ਨੇ ਬਰੀਫ ਕੀਤਾ ਕਿ ਅਸੀਂ ਆਹ 6 ਕੇਸਾਂ ਦੇ ਵਿੱਚ ਜਿੱਤੇ ਆ, ਐਂਡ ਬਿਲਕੁਲ ਜਿੱਤੇ ਆ। ਬੜੇ ਲੋਕਾਂ ਨੂੰ ਇਹ ਪਤਾ ਹੀ ਨਹੀਂਗਾ। ਠੀਕ ਹੈ। ਫਿਰ ਜਿਹੜੀ ਗੱਲ ਤੁਸੀਂ ਇਹ ਕਹਿੰਦੇ ਹੋ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਜਿਹਦੇ ਮੀਟਿੰਗ ਦੇ ਵਿੱਚ ਕੁਝ ਸਾਡੇ ਹੋਰ MLAs ਵੀ ਸੀ, ਹੁਣ ਹਰ ਚੀਜ਼ CM ਦੇ ਪ੍ਰਵਿਊ 'ਚ ਨਹੀਂ। ਇਹ ਜਿਹੜੀ ਹਾਈ ਕੋਰਟ ਦੀ ਆਨਰੇਬਲ ਹਾਈ ਕੋਰਟ ਦੀ ਜੱਜਮੈਂਟ ਹੈ, ਇਹਦੇ ਤੇ ਜਿਹੜੀ ਜੱਜਮੈਂਟ ਆਈ ਹੈ, ਮੈਂ ਫਿਰ ਦੁਬਾਰਾ, ਕਿਉਂਕਿ ਅਸੀਂ ਸਾਡੀ ਜਿਹੜਾ ਸਿਸਟਮ ਬਣਿਆ ਹੋਇਆ ਲਾਅ ਦਾ, ਅਸੀਂ ਅਦਾਲਤਾਂ ਦਾ ਹੁਕਮ ਮੰਨਦੇ ਹਾਂ, ਕ੍ਰਿਟੀਸਾਈਜ਼ ਨਹੀਂ ਕਰਨੀ ਕਿ ਜੱਜਮੈਂਟ ਤਾਂ ਕ੍ਰਿਟੀਸਾਈਜ਼ ਕੀਤੀ ਜਾ ਸਕਦੀ ਹੈ, ਕਿਉਂ ਨਹੀਂ ਕੀਤੀ ਜਾ ਸਕਦੀ। ਸੋ ਮੈਂ ਤਾਂ ਹੀ ਤੁਹਾਨੂੰ ਇਹ ਸਵਾਲ ਖੜਾ ਕੀਤਾ ਹੈ ਕਿ 99 ਪੇਜ ਦੀ ਜੱਜਮੈਂਟ ਪੜ੍ਹ ਲਓ, ਇੱਕ ਪਾਸੇ CCTV ਦੀ ਫੁਟੇਜ ਦੇਖ ਲਓ, ਤੁਹਾਨੂੰ ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਜ਼ਰ ਆ ਜਾਊਗਾ। ਫਿਰ ਤੁਹਾਨੂੰ ਪਤਾ ਲੱਗੂਗਾ ਕਿੱਥੇ ਕੀ ਵਾਪਰਿਆ। ਉਹ ਜਿਹੜੇ ਅਕਿਊਜ਼ ਨੇ, ਇੱਕ ਇੰਸਪੈਕਟਰ ਜਿਹੜਾ ਉਹ ਐਡੇ ਮਹਿੰਗੇ ਵਕੀਲ ਕਰਕੇ ਲਿਆ, ਮੈਂ ਉਹ ਤੇ ਡਾਊਟ ਨਹੀਂ ਕੋਈ ਕਰਦਾ, ਕਰ ਲਵੇ। ਹਰ ਬੰਦੇ ਦੀ ਆਪੋ ਆਪਣੀ, ਦੇਖੋ ਸਾਡਾ ਲਾਅ ਤਾਂ ਕਹਿੰਦਾ ਨਾ ਡਿਫੈਂਸ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਡਿਫੈਂਡ ਜਿਵੇਂ ਮਰਜ਼ੀ ਕਰੋ, ਪਰ ਉਹ ਜਿਹੜਾ ਸਾਰਾ ਬੈਕਗਰਾਉਂਡ ਤੇ ਚੱਲਿਆ, ਮੈਂ ਤਾਂ ਕਹਿੰਦਾ ਉਹਦੇ ਤੇ ਵੀ ਇੱਕ ਕਮਿਸ਼ਨ ਬਣਾ ਕੇ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਤੁਹਾਡੀ ਸਰਕਾਰ ਹੈ, ਤੁਸੀਂ ਮੰਗ ਕਰੋ। ਨਹੀਂ, ਉਹ ਇਸ ਤਰ੍ਹਾਂ ਦੇਖੋ ਸਿਮਰਨ, ਕੁਝ ਗੱਲਾਂ ਜਿਹੜੀਆਂ ਨੇ ਉਹ ਸਾਡਾ ਜਿਹੜਾ ਇਹ ਫਰੇਮਵਰਕ ਹੈ, ਇਹਦੇ ਵਿੱਚ ਰਹਿ ਕੇ ਕਰਨੀਆਂ ਪੈਂਦੀਆਂ ਨੇ। ਗੱਲ ਚੱਲੀ ਸੀ ਸੁਪਰੀਮ ਕੋਰਟ ਕਿਉਂ ਨਹੀਂ ਗਏ, ਜਿਹੜੀ ਮੈਂ ਤੁਹਾਨੂੰ ਮੀਟਿੰਗ ਦੀ ਗੱਲ ਕਰ ਰਿਹਾ ਸੀ, ਥੋੜਾ ਜਿਹਾ ਮੈਂ ਸਾਈਡ ਟਰੈਕ ਹੋ ਗਿਆ। ਉਹਦੇ ਵਿੱਚ ਇਹ ਕੈਪਟਨ ਅਮਰਿੰਦਰ ਸਿੰਘ ਤੇ ਸਾਰਿਆਂ ਨੇ, ਜਿੰਨੇ ਸੁਪਰੀਮ ਕੋਰਟ ਦੇ ਕੋਈ ਵੱਡੇ ਟੌਪ ਲਾਇਰਸ ਨੇ, ਉਹਨਾਂ ਨਾਲ ਡਿਸਕਸ ਕੀਤਾ। ਉਹਨਾਂ ਨੇ ਕਿਹਾ ਕਿ ਕੋਵਿਡ ਦਾ ਪੀਰੀਅਡ ਚੱਲ ਰਿਹਾ ਹੈ, ਹੀਅਰਿੰਗਸ ਘੱਟ ਹੋ ਰਹੀਆਂ ਨੇ, ਇਹ ਮਸਲਾ ਹੋਰ ਲਟਕ ਜਾਏਗਾ। ਮੋਰਓਵਰ ਹਾਈ ਕੋਰਟ ਦੇ ਜੱਜ ਨੇ ਜਦੋਂ ਆਪਸ਼ਨ ਦਿੱਤੀ ਹੈ ਕਿ ਨਵੀਂ SIT ਬਣਾ ਦਿਓ, ਵੀ ਥਾਟ, ਦੇਖੋ ਜਦੋਂ ਡਿਸੀਜਨ ਲੈ ਜਾਂਦੇ ਉਦੋਂ ਠੀਕ ਲੈ ਜਾਂਦੇ ਆ। ਇਹ ਮੈਂ ਵੀ ਕਹਿਣਾ ਕਿ ਜਿਹੜੀ ਹੁਣ SIT ਬਣਾਈ ਹੈ, 3 SIT ਬਣਾਤੀ ਇਹਨਾਂ ਨੂੰ, ਮੇਰਾ ਖਿਆਲ ਹੈ ਕਿ 3-4 ਮਹੀਨੇ ਵਿੱਚ ਇਹਨਾਂ ਦੀ ਆ ਜਾਏਗੀ, ਰਿਪੋਰਟ ਆ ਜਾਏਗੀ, ਉਹ ਚਲਾਨ ਪੇਸ਼ ਹੋ ਜਾਏਗਾ। ਤੁਸੀਂ ਮੰਨਦੇ ਹੋ ਕਿ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਨੇ ਬੇਅਦਬੀ ਕਰਵਾਈ? ਨਹੀਂ, ਦੇਖੋ ਇੱਥੇ ਬਿਲਕੁਲ ਇਹ ਜਿਹੜੀ ਕੱਲੀ ਜਿੱਥੋਂ ਤੱਕ ਬੇਅਦਬੀ ਦਾ ਸੰਬੰਧ ਹੈ, ਉਹ ਮੈਂ ਪਹਿਲਾਂ ਵੀ ਕਿਹਾ, ਉਹ ਬੇਅਦਬੀ ਦੇ ਵਿੱਚ ਸ਼ਾਮਲ ਨਹੀਂ ਸੀ। ਲੇਕਿਨ ਉਸ ਤੋਂ ਬਾਅਦ ਦਾ ਜਿਹੜਾ ਘਟਨਾਕ੍ਰਮ ਹੈ, ਬੰਦੇ ਫੜਨੇ, ਉਹਨਾਂ ਬੰਦਿਆਂ ਨੂੰ, ਉਹ ਤਾਂ ਉਹਨਾਂ ਨੇ ਲਿਖਿਆ ਹੋਇਆ ਸੀ ਦੀਵਾਰਾਂ ਦੇ ਉੱਤੇ, ਆ ਜਾਓ ਸਾਨੂੰ ਫੜ ਲਓ, ਉਹ ਤਾਂ ਉਹਨਾਂ ਨੇ ਲਿਖਿਆ ਹੋਇਆ ਸੀ। ਉਹ ਬੰਦੇ ਫੜ ਲਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਚਾਹੀਦਾ ਤੇ ਇਹ ਸੀ,
ਉਹਨਾਂ ਬੰਦਿਆਂ ਦੇ ਖਿਲਾਫ ਐਵੀਡੈਂਸ ਲਿਆ ਕੇ ਉਹਨਾਂ ਦਾ ਚਲਾਨ ਪੇਸ਼ ਕਰਕੇ ਉਹਨਾਂ ਨੂੰ ਸਜ਼ਾਵਾਂ ਹੁੰਦੀਆਂ। ਹੁਣ ਤੱਕ ਉਹਨਾਂ ਨੂੰ ਜੇਲ੍ਹ ਹੋਣੀ ਸੀ, ਉਹ ਤਾਂ ਇਹਨਾਂ ਨੇ ਕੀਤਾ ਨਹੀਂ। ਇਹਨਾਂ ਨੇ ਤਾਂ ਰਾਮ ਰਹੀਮ ਦੇ ਨਾਲ ਸੌਦੇਬਾਜ਼ੀ ਕਰ ਲਈ। ਸੌਦੇਬਾਜ਼ੀ ਕੀ ਕੀਤੀ? ਮੈਂ ਤਾਂ ਹਰ ਥਾਂ ਤੇ ਕਹਿਣਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਸੌਦਾ ਕਰ ਲਿਆ। ਜੇ ਉਹ ਬੰਦੇ ਛੱਡੇ, ਰਾਮ ਰਹੀਮ ਨਾਲ ਡੀਲ ਹੋਈ, ਫਿਲਮ ਚੱਲੀ, ਉਹਨੂੰ ਉੱਥੋਂ ਆਪਣਾ ਅਕਾਲ ਤਖਤ ਸਾਹਿਬ ਤੋਂ ਮਾਫੀ ਦਿੱਤੀ ਤਾਂ ਡੀਲ ਕਰ ਲਈ। ਪਰ ਤੁਸੀਂ ਇਹ ਨਹੀਂ ਮੰਨਦੇ ਡੀਲ ਕਿਉਂ ਕੀਤੀ? ਵੋਟਾਂ ਦੀ ਰਾਜ ਨਹੀਂ। ਤੁਸੀਂ ਇਹ ਨਹੀਂ ਮੰਨਦੇ ਕਿ ਬੇਅਦਬੀ ਕਰਾਈ ਬਾਦਲ ਪਰਿਵਾਰ ਨੇ? ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ ਹੈ, ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਨਹੀਂ ਕਰਵਾਈ। ਇਹਦੇ 'ਚ ਕੋਈ ਦੋ ਰਾਮ ਨਹੀਂ। ਸਾਰੀ ਜਿਹੜਾ ਉਸ ਤੋਂ ਬਾਅਦ ਦਾ ਘਟਨਾਕ੍ਰਮ ਹੈ ਉਹ ਸਾਰਾ ਫਿਰ ਇਹ 17 ਦੀਆਂ ਚੋਣਾਂ ਜਾਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਘਰ ਘਰ ਇਹ ਗੱਲ ਕਿਉਂ ਕਹੀ ਕਿ ਅਸੀਂ ਬਾਦਲ ਪਰਿਵਾਰ ਨੂੰ ਅੰਦਰ ਦੇਵਾਂਗੇ, ਬਾਦਲ ਪਰਿਵਾਰ ਦੇ ਉੱਤੇ ਐਕਸ਼ਨ ਲਵਾਂਗੇ? ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਹੜਾ ਵੀ ਅਕਿਊਜ਼ਡ ਹੋਏਗਾ, ਚਾਹੇ ਬਾਦਲਸ ਅਕਿਊਜ਼ ਹੋਣਗੇ, ਜੇ ਅਕਿਊਜ਼ਡ ਹੋਣਗੇ ਤਾਂ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਊਗਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਜਸਟਿਸ ਰਣਜੀਤ ਸਿੰਘ ਹੋਰਾਂ ਕਮਿਸ਼ਨ ਦੀ ਰਿਪੋਰਟ ਵਿੱਚ ਇਹ ਲਿਖਿਆ ਹੋਇਆ ਕਿ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਟੈਲੀਫੋਨ ਕਨਵਰਸੇਸ਼ਨ ਆ ਹੁੰਦੀ ਦੀ ਐਵੀਡੈਂਸ ਹੈ। ਇਹ ਤਾਂ ਹੁਣ ਅਦਾਲਤਾਂ ਨੇ ਕਰਨਾ ਸੀ। ਜਿਹੜਾ 10ਵਾਂ ਚਲਾਨ ਪੇਸ਼ ਹੋਣਾ ਸੀ ਉਹ ਅਦਾਲਤ 'ਚ ਜਾਂਦਾ। ਜਿਹੜੇ ਵੀ ਕੋਈ ਅਕਿਊਜ਼ਡ ਨੋਮੀਨੇਟ ਹੁੰਦੇ ਉਹਦੇ ਵਿੱਚ ਉਹ ਆਪਣੇ ਆਪ ਨੂੰ ਡਿਫੈਂਡ ਕਰ ਲੈਂਦੇ। ਵੈਦ ਸਾਹਿਬ, ਇਸ ਰੇੜਕੇ 'ਚ ਕੁਲਦੀਪ ਸਿੰਘ ਵੈਦ ਦੀ ਐਜ਼ ਐਮਐਲਏ ਪੋਜੀਸ਼ਨ ਕੀ ਹੈ? ਇੱਕ ਪਾਸੇ ਨਵਜੋਤ ਸਿੱਧੂ ਦਾ ਧੜਾ ਹੈ, ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਧੜਾ ਹੈ। ਦੇਖੋ, ਕੈਪਟਨ ਅਮਰਿੰਦਰ ਸਿੰਘ ਅਨਡਾਊਟਡਲੀ ਹੀ ਇਜ਼ ਆਰ ਲੀਡਰ। ਜੋ ਕੈਪਟਨ ਅਮਰਿੰਦਰ ਸਿੰਘ ਹੈ ਹੋਰ ਕੋਈ ਨਹੀਂ ਬਣ ਸਕਦਾ। ਕੈਪਟਨ ਅਮਰਿੰਦਰ ਸਿੰਘ ਸਾਡਾ ਸਾਰਿਆਂ ਦਾ ਕੈਪਟਨ ਹੈ। ਕੁਝ ਐਮਐਲਏ ਨੂੰ, ਕੁਝ ਮਿਨਿਸਟਰਾਂ ਨੂੰ ਉਹਨਾਂ ਨੇ ਆਵਾਜ਼ ਇਹੀ ਉਠਾਈਆਂ ਨੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਜਲਦੀ ਹੋਣਾ ਚਾਹੀਦਾ। ਇਹ ਤਾਂ ਨਹੀਂ ਉਹਨਾਂ ਨੇ ਕਿਹਾ ਕਿ ਅਸੀਂ ਕੈਪਟਨ ਸਾਹਿਬ ਦੀ ਲੀਡਰਸ਼ਿਪ ਨੂੰ ਨਹੀਂ ਮੰਨਦੇ। ਵਿਲ ਤੇ ਸਵਾਲ ਕੀਤਾ। ਪ੍ਰਗਟ ਸਿੰਘ ਨੇ ਕਿਹਾ ਕਿ ਅਗਲੀ ਚੋਣ ਕੈਪਟਨ ਸਾਹਿਬ ਦੀ ਰਹਿਨੁਮਾਈ 'ਚ ਹੋਣੀ ਨਹੀਂ ਚਾਹੀਦੀ, ਚਿਹਰੇ ਹੀ ਨਹੀਂ ਹੋਣੇ ਚਾਹੀਦੇ। ਦੇਖੋ, ਇਹ ਉਹਨਾਂ ਦਾ ਵਿਚਾਰ ਹੈ, ਇਹ ਉਹਨਾਂ ਦਾ ਵਿਚਾਰ ਹੈ। ਤੁਹਾਨੂੰ ਲੱਗਦਾ ਹੈ ਕਿ ਹੁਣ ਨਹੀਂ ਹੋਣੀ ਚਾਹੀਦੀ? 100% ਕੈਪਟਨ ਅਮਰਿੰਦਰ ਸਿੰਘ ਇਜ਼ देयर। ਕੈਪਟਨ ਅਮਰਿੰਦਰ, ਮੈਨੂੰ ਇੱਕ ਮੈਂ ਸਵਾਲ ਪ੍ਰੈਸ ਕੀ ਜਿਹੜੇ ਸਵਾਲ, ਮੇਰਾ ਸਵਾਲ ਲਓ ਤੁਸੀਂ, ਮੈਨੂੰ ਸਵਾਲ ਨਾ ਕਰੋ ਅੱਜ, ਮੇਰਾ ਸਵਾਲ ਲਓ ਵੈਦ ਸਾਹਿਬ। ਕੀ ਜੋ ਨਵਜੋਤ ਸਿੱਧੂ ਕਹਿ ਰਹੇ ਨੇ ਤੁਸੀਂ ਮੁਤਾਸਰ ਨਹੀਂ ਹੈਗੇ ਉਸ ਗੱਲ ਤੋਂ? ਤੁਸੀਂ ਸਹਿਮਤ ਨਹੀਂ ਹੈਗੇ? ਬਿਲਕੁਲ ਨਹੀਂ ਹੈ। ਤੁਹਾਨੂੰ ਲੱਗਦਾ ਨਹੀਂ ਹੈ ਕਿ ਜੋ ਵੈਲਿਡ ਸਵਾਲ ਨਹੀਂ ਕਰ ਰਹੇ, ਜੋ ਕਹਿ ਰਹੇ ਕਿ ਬੇਅਦਬੀ ਦਾ ਇਨਸਾਫ ਨਹੀਂ ਹੋਇਆ? ਸਿਮਰਨ ਮੈਨੂੰ ਇਹ ਦੱਸੋ, ਸਾਡੇ ਬੜੇ ਆਨਰੇਬਲ ਐਮਐਲਏ ਨੇ, ਮਿਨਿਸਟਰ ਰਹੇ ਨੇ, ਇਹ ਜੱਜਮੈਂਟ ਤੋਂ ਬਾਅਦ ਹੀ ਕਿਉਂ ਸਵਾਲ ਹੋਈ? ਇਹ ਜਿਹੜੀ ਜੱਜਮੈਂਟ ਆਈ ਹੈ ਇਹ ਤਾਂ ਅਸੀਂ ਸਾਰੀ ਕਾਂਗਰਸ ਮੰਗਦੀ ਹੈ, ਸਾਰੀ ਇੰਟਾਇਰ ਇਨਕਲੂਡਿੰਗ ਕੈਪਟਨ ਅਮਰਿੰਦਰ ਸਿੰਘ। ਅਸੀਂ ਸਾਰੇ ਕਹਿੰਦੇ ਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ, ਇਹਦੇ ਜਿਹੜੇ ਅਕਿਊਜ਼ਡ ਨੇ ਉਹਨਾਂ ਨੂੰ ਬੁੱਕ ਕਰਨਾ ਚਾਹੀਦਾ। ਉਹ ਸਾਰੇ ਹੀ ਮੰਗਦੇ ਆ, ਕੱਲਾ ਨਵਜੋਤ ਸਿੰਘ ਸਿੱਧੂ ਥੋੜੀ ਕਹਿੰਦਾ ਆ। ਇਹ ਤਾਂ ਸਾਰੀ ਇੰਟਾਇਰ ਕਾਂਗਰਸ ਕਹਿੰਦੀ ਹੈ। ਅਸੀਂ ਵੀ ਕਿਹਾ, ਅਸੀਂ ਜਦੋਂ ਮਿਲਣ ਗਏ ਆ ਕੈਪਟਨ ਅਮਰਿੰਦਰ ਸਿੰਘ ਨੂੰ, ਅਸੀਂ ਕੋਈ ਉਹਨਾਂ ਤੋਂ ਮੰਗ ਕੀਤੀ ਹੈ ਕਿ ਜੀ ਇਹ ਜਿਹੜਾ ਫੈਸਲਾ ਹੈ ਜਲਦੀ ਕੀਤਾ ਜਾਵੇ। ਆ 3 SIT ਇਸੇ ਕਰਕੇ ਬਣ ਗਈਆਂ। ਫਿਰ ਇਹ ਕਿਉਂ ਹੋਇਆ ਕਿ ਨਵਜੋਤ ਸਿੱਧੂ ਬੋਲੇ ਤਾਂ ਵਿਜੀਲੈਂਸ ਦੀ ਇਨਕੁਆਇਰੀ ਹੋ ਗਈ, ਚਰਨਜੀਤ ਚੰਨੀ ਵਾਲਾ ਮਾਮਲਾ ਦੁਬਾਰਾ ਉੱਠ ਖੜਾ ਹੋਇਆ, ਪ੍ਰਗਟ ਸਿੰਘ ਦੇ ਉੱਤੇ ਬਹੁਤ ਸਾਰੇ ਸਵਾਲ, ਧਮਕੀ, ਸੰਦੀਪ ਸੰਧੂ ਦੇ ਉੱਤੇ ਸਵਾਲ ਆ ਗਿਆ ਕਿ ਫੋਨ ਕਰਕੇ ਧਮਕੀਆਂ ਦੇ ਰਹੇ ਆ ਕਿ ਤੁਸੀਂ ਚੁੱਪ ਹੋ ਜਾਓ। ਹੁਣ ਸਰਦਾਰ ਸੰਦੀਪ ਸਿੰਘ ਸੰਧੂ ਨੇ ਇਸ ਗੱਲ ਨੂੰ ਡਿਨਾਈ ਕੀਤਾ। ਹੁਣ ਮੈਂ ਨਾ ਤਾਂ ਉਸ ਕਨਵਰਸੇਸ਼ਨ ਦਾ ਮਤਲਬ ਕਿ ਮੈਂ ਪਾਰਟ ਆ, ਨਾ ਤਾਂ ਧਮਕੀ ਦੇਣੀ ਚਾਹੀਦੀ ਹੈ। ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਿਆਂ, ਲੇਕਿਨ ਕੈਪਟਨ ਸੰਦੀਪ ਸੰਧੂ ਨੇ ਕਲੀਅਰ ਕੀਤਾ ਕਿ ਮੈਂ ਕੋਈ ਧਮਕੀ ਨਹੀਂ ਦਿੱਤੀ। ਪ੍ਰਗਟ ਸਿੰਘ ਹੋਰੀ ਕਹਿ ਰਹੇ ਆ ਕਿ ਮੈਨੂੰ ਦਿੱਤੀ। ਹੁਣ ਦੋਨਾਂ 'ਚ ਕਨਵਰਸੇਸ਼ਨ ਉਹਨੇ ਡਿਸਾਈਡ ਕੌਣ ਕਰੂਗਾ? ਰਿਕਾਰਡ ਕੀ ਹੈ? ਹੁਣ ਕਿਹਦੀ ਗੱਲ ਬਣੀ ਹੈ? ਮੈਂ ਆਮ ਕੱਲ ਵੀ ਇੱਕ ਮੈਂ ਟੈਲੀਵਿਜ਼ਨ ਚੈਨਲ ਤੇ ਕਹਿ ਰਿਹਾ ਸੀਗਾ ਕਿ ਹੁਣ ਇਹ ਦੋਨਾਂ ਦੇ ਵਿੱਚ ਕਨਵਰਸੇਸ਼ਨ ਹੋਈ ਹੈ, ਜਾਂ ਤਾਂ ਕੋਈ ਰਿਕਾਰਡਿੰਗ ਹੋਵੇ। ਜੇ ਕੋਈ ਪ੍ਰਗਟ ਸਿੰਘ ਨੇ ਕੋਈ ਰਿਕਾਰਡਿੰਗ ਕੀਤੀ ਹੈ, ਮੈਂ ਨਾ ਤਾਂ ਪ੍ਰਗਟ ਸਿੰਘ ਤੇ ਡਾਊਟ ਕ੍ਰੀਏਟ ਕਰਦਾ, ਨਾ ਹੀ ਸੰਦੀਪ ਸੰਧੂ ਤੇ ਕਰਦਾ। ਜਦੋਂ ਆਪਾਂ ਨੂੰ ਪਤਾ ਹੀ ਨਹੀਂ, ਉਹ ਕਹਿੰਦੇ ਜੀ ਮੈਂ ਤਾਂ ਦਿੱਤੀ, ਕੀਤੀ ਨਹੀਂ, ਉਹ ਕਹਿੰਦੇ ਜੀ ਕੀਤੀ। ਹੁਣ ਮੈਨੂੰ ਦੱਸੋ ਸਿਮਰਨ, ਇਹ 'ਚ ਕੌਣ ਡਿਸਾਈਡ ਕਰੂਗਾ? ਚਰਚਾਵਾਂ ਹੋਈਆਂ ਕਿ ਦਲਿਤ ਲੀਡਰ ਇਕੱਠੇ ਹੋਏ ਆ, ਉਹ ਚਾਹੁੰਦੇ ਆ ਕਿ ਇਸ ਵਾਰ ਪ੍ਰਤੀਨਿਧਤਾ ਸਾਡੀ ਹੋਣੀ ਚਾਹੀਦੀ ਹੈ, ਬਾਕੀ ਪਾਰਟੀਆਂ ਵੀ ਕਹਿ ਰਹੀਆਂ, ਤੁਸੀਂ ਸ਼ਾਮਲ ਨਹੀਂ ਹੋਵੋਗੇ ਉਹਦੇ 'ਚ? ਦੇਖੋ, ਇਸ ਤਰ੍ਹਾਂ ਆ, ਮੈਂ ਉਸ ਮੀਟਿੰਗ ਵਿੱਚ ਨਹੀਂ ਸੀ, ਲੇਕਿਨ ਜਿੱਥੋਂ ਤੱਕ ਦਲਿਤ ਪਰਿਵਾਰਾਂ ਦਾ ਸਵਾਲ ਹੈ, ਮੈਂ ਬਦਕਿਸਮਤੀ ਹੈ ਸਾਡੇ ਇਸ ਸਿਸਟਮ ਦੀ, ਸਾਡੇ ਪੰਜਾਬ ਦੀ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜਾਤ ਪਾਤ ਨੂੰ ਉਹਨਾਂ ਨੇ ਬਿਲਕੁਲ ਨਕਾਰਿਆ, ਲੇਕਿਨ ਅੱਜ ਵੀ ਅਸੀਂ, ਕੋਈ ਜੱਟ ਬਣਿਆ ਫਿਰਦਾ ਹੈ, ਕੋਈ ਮਜ਼੍ਹਬੀ ਹੈ, ਕੋਈ ਰਮਦਾਸੀ ਹੈ, ਅੱਜ ਵੀ ਅਸੀਂ ਉਹਦੇ 'ਚ। ਜਦੋਂ ਅਸੀਂ ਰਿਸ਼ਤੇ ਕਰਦੇ ਹਾਂ, ਰਿਸ਼ਤਿਆਂ ਦੇ ਵਿੱਚ ਤੁਸੀਂ ਦੇਖੋ ਕਿ ਨਹੀਂ ਯਾਰ ਇਹ ਨਹੀਂ ਕਰਨਾ, ਇਹ ਤਾਂ ਮਜ਼੍ਹਬੀ ਸਿੱਖਾਂ ਦਾ ਮੁੰਡਾ, ਇਹ ਤਾਂ ਮਜ਼੍ਹਬੀ ਸਿੱਖਾਂ ਦੀ ਕੁੜੀ ਹੈ, ਇਹ ਤਾਂ ਰਮਦਾਸੀਆਂ ਦਾ ਮੁੰਡਾ, ਇਹ ਤਾਂ ਰਮਦਾਸੀਆਂ ਦੀ ਕੁੜੀ ਹੈ, ਇਹ ਜੱਟਾਂ ਦਾ ਮੁੰਡਾ। ਯਾਰ ਕਿਹੜੀ ਦੁਨੀਆ 'ਚ ਤੁਰੇ ਫਿਰਦੇ ਆਪਾਂ? 2021 ਦੇ ਵਿੱਚ ਸੰਸਾਰ ਕਿੱਥੇ ਪਹੁੰਚ ਗਿਆ? ਗੁਰੂ ਨਾਨਕ ਪਾਤਸ਼ਾਹ ਜੋ ਸਿੱਖੀਜ਼ਮ ਹੈ,
ਮੈਂ ਅੱਜ ਦਾਅਵੇ ਨਾਲ ਕਹਿਣਾ ਸਿਮਰਨ, ਇਸ ਤੋਂ ਉੱਪਰ ਕੋਈ ਰਿਲੀਜਨ ਨਹੀਂ ਹੈ। ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਗੁਰਬਾਣੀ ਹੈ, ਜੇ ਅਸੀਂ ਇਹਨੂੰ ਆਪਣੇ ਆਪ 'ਚ ਲੈ ਲਈਏ, ਮੈਂ ਕਹਿੰਦਾ ਇਸ ਤੋਂ ਤਾਂ ਵਧੀਆ ਇਨਸਾਨ ਹੀ ਨਹੀਂ ਦੁਨੀਆ 'ਚ ਕੋਈ ਹੋ ਸਕਦਾ। ਲੇਕਿਨ ਅਸੀਂ ਖੜੇ ਕਿੱਥੇ ਆ? ਅਸੀਂ ਅੱਜ ਵੀ ਮੇਰਾ ਖਿਆਲ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਆ, ਉੱਥੇ ਉਹਦੇ ਗੁਰੂ ਗ੍ਰੰਥ ਸਾਹਿਬ 'ਚ ਗੁਰਬਾਣੀ, ਸਾਰਿਆਂ ਲਈ ਨਹੀਂ ਕਹਿੰਦਾ ਮੈਂ, ਜਨਰਲ ਗੱਲ ਕਰ ਰਿਹਾ, ਉੱਥੇ ਜਾਂਦੇ ਆ ਵਾਹਿਗੁਰੂ ਸੱਚਾ ਪਾਤਸ਼ਾਹ ਅਸੀਂ ਸਾਰੀ ਸੁੱਖ ਮੰਗਦੇ ਆ, ਇਹ ਦੇਣ ਆ ਗੁਰੂ ਸਾਹਿਬਾਨਾਂ ਦੀ। ਅਸੀਂ ਸਰਬੱਤ ਦਾ ਭਲਾ ਮੰਗਦੇ ਆ, ਆਪਣੀ ਵੀ ਪਰਿਵਾਰ ਦਾ ਭਲਾ ਮੰਗਦੇ ਆ। ਲੇਕਿਨ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਉਹਨਾਂ ਨੇ ਉਹਦੇ ਵਿੱਚ ਜੋ ਗੁਰਬਾਣੀ ਦਰਜ ਹੈ, ਜੋ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਜੋ ਸਾਨੂੰ ਸਿੱਖਿਆ ਮਿਲੀ, ਕਿੰਨੇ ਕੁ ਅਸੀਂ ਉਹਦੇ ਤੇ ਉਤਰੇ ਹੋਏ ਆ। ਅੱਜ SGPC ਜਿਹੜੀ ਸਰਬੋਤਮ ਸਾਡੀ ਸਿੱਖ ਪਾਰਲੀਮੈਂਟ ਆ, ਉਹਦਾ ਪ੍ਰਧਾਨ ਅਸੀਂ ਪੋਲੀਟੀਕਲ ਬੰਦਾ ਲਾਉਂਦੇ ਆ, ਕੋਈ MLA ਲਾ ਦਿੰਦੇ ਆ, ਕੋਈ ਮਿਨਿਸਟਰ ਲਾ ਦਿੰਦੇ ਆ। ਕਾਹਦੇ ਲਈ ਯਾਰ? SGPC ਬਿਲਕੁਲ ਇੰਡੀਪੈਂਡੈਂਟ ਹੋਣੀ ਚਾਹੀਦੀ। ਕੌਣ ਹੋਣਾ ਚਾਹੀਦਾ ਪ੍ਰਧਾਨ? ਨਹੀਂ, ਇਹ ਦੇਖੋ ਇੰਟੈਲੈਕਚੁਅਲ ਹੈ। ਤੁਸੀਂ ਕੀ ਸੋਚਦੇ ਹੋ ਸਿੱਖਾਂ ਦੇ ਵਿੱਚ ਇੰਟੈਲੈਕਚੁਅਲਸ ਦੀ ਕਮੀ ਹੈ? ਐਡੇ ਤਗੜੇ ਇੰਟੈਲੈਕਚੁਅਲਸ ਨੇ ਵਰਲਡ ਵਾਈਡ, ਕੋਈ ਇੰਟੈਲੈਕਚੁਅਲ ਇਹਦਾ SGPC ਦਾ ਪ੍ਰਧਾਨ ਹੋਣਾ ਚਾਹੀਦਾ, ਜਿਹੜਾ ਸਿਰਫ ਸਿੱਖੀ ਲਈ ਕੰਮ ਕਰੇ, ਸਿਰਫ ਸਿੱਖੀ ਲਈ ਕੰਮ ਕਰੇ, ਆ ਪੋਲੀਟੀਕਲ ਪਾਰਟੀਆਂ ਲਈ ਕੰਮ ਨਾ ਕਰੇ। ਇਹ ਮੇਰਾ ਮੰਨਣਾ ਆ। ਵੈਦ ਸਾਹਿਬ, ਅਕਾਲੀ ਦਲ ਨੇ ਕਿਹਾ, ਸੁਖਬੀਰ ਬਾਦਲ ਨੇ ਕਿਹਾ ਡਿਪਟੀ CM ਦਲਿਤ ਹੋਊਗਾ, BJP ਕਹਿੰਦੀ ਅਸੀਂ ਮੁੱਖ ਮੰਤਰੀ ਦਲਿਤ ਦੇ ਸਕਦੇ ਹਾਂ। ਤੁਸੀਂ ਸਹਿਮਤ ਨਹੀਂ ਹੈਗੇ? ਤੁਹਾਨੂੰ ਨਹੀਂ ਲੱਗਦਾ ਕਿ ਕਾਂਗਰਸ ਪਾਰਟੀ ਨੂੰ ਵੀ ਇਸ ਤਰ੍ਹਾਂ ਦਾ ਮੂਵ ਦੇਣਾ ਚਾਹੀਦਾ? ਨਹੀਂ, ਮੈਨੂੰ ਇਹ ਦੱਸੋ, ਇਹ ਪੋਲੀਟੀਕਲ ਦੋ ਜਿਹੜੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ BJP ਨੂੰ ਅੱਜ ਹੀ ਕਿਉਂ ਯਾਦ ਆਏ ਦਲਿਤ? ਅੱਗੇ ਤੱਕ ਕਦੇ ਦਲਿਤ ਯਾਦ ਨਹੀਂ ਆਏ, ਕਿਉਂਕਿ ਹੁਣ ਜ਼ਮੀਨ ਖੁੱਸ ਗਈ। BJP ਵੀ ਗਰਾਊਂਡ ਤੇ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੀ ਗਰਾਊਂਡ ਤੇ ਹੈ। ਅੱਜ ਇਹਨਾਂ ਨੂੰ ਆਪਣੇ ਦਲਿਤ ਪਰਿਵਾਰ ਯਾਦ ਆਉਣ ਲੱਗੇ। ਅੱਗੇ ਤੱਕ ਕਦੇ ਦਲਿਤ ਪਰਿਵਾਰ ਨਹੀਂ ਯਾਦ ਆਏ। BJP ਦੇ ਮੈਂ ਤੁਹਾਨੂੰ ਡਾਟਾਜ਼ ਹੁਣ ਮੇਰੇ ਕੋਲ ਅਵੇਲੇਬਲ ਨਹੀਂ, ਗੂਗਲ ਤੇ ਡਾਟਾਜ਼ ਕੱਢ ਲਓ। 2014 ਤੋਂ ਪਹਿਲਾਂ ਐਟਰੋਸਿਟੀਜ਼ ਔਨ ਸ਼ਡਿਊਲਡ ਕਾਸਟ ਤੇ ਮੋਦੀ ਸਾਹਿਬ ਦੇ ਰਾਜ ਵਿੱਚ ਦਲਿਤ ਪਰਿਵਾਰਾਂ ਦੇ ਉੱਤੇ ਜੋ ਤਸ਼ੱਦਦ ਹੋਏ ਆ, ਕੱਢ ਲਓ, ਤੁਹਾਨੂੰ ਆਪੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਸਾਡੇ ਪਰਿਵਾਰਾਂ ਦੀਆਂ ਕੁੜੀਆਂ, ਸਾਡੇ ਪਰਿਵਾਰਾਂ ਦੇ ਮੁੰਡਿਆਂ ਤੇ ਤਸ਼ੱਦਦ, ਯਾਰ ਲਾਹਨਤ ਹੈ ਸਾਡੇ ਉੱਤੇ ਕਿ 2021 ਚ ਅਸੀਂ ਆ ਗਏ ਹਾਂ, ਅੱਜ ਵੀ ਅਸੀਂ ਦਲਿਤ ਪਰਿਵਾਰਾਂ ਦਾ ਘਾਣ ਕਰੀ ਜਾਂਦੇ ਹਾਂ। ਕਾਂਗਰਸ ਪਾਰਟੀ, ਇਸ ਕਰਕੇ ਨਹੀਂ ਮੈਂ ਕਹਿ ਰਿਹਾ ਕਿ ਮੈਂ ਕਾਂਗਰਸ ਦਾ MLA ਆ। ਬਾਬਾ ਸਾਹਿਬ ਅੰਬੇਦਕਰ ਕਨਸਟੀਟਿਊਂਟ ਅਸੈਂਬਲੀ ਦੇ ਚੇਅਰਮੈਨ ਸੀ। ਉਹਨਾਂ ਨੇ ਜੋ ਹਿੰਦੁਸਤਾਨ ਦੀ ਦੁਰਦਸ਼ਾ ਉਹਨਾਂ ਨੇ ਵੇਖੀ, ਉਹਨਾਂ ਨੇ ਰੈਜ਼ਰਵੇਸ਼ਨ ਲੈ ਕੇ ਆਂਦੀ। ਬੜੇ ਲੋਕਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਮੇਰੀਆਂ। ਰੈਜ਼ਰਵੇਸ਼ਨ ਲੈ ਕੇ ਆਂਦੀ, ਕਨਸਟੀਟਿਊਸ਼ਨ ਦੇ ਵਿੱਚ ਪ੍ਰੋਵੀਜ਼ਨ ਰੱਖੀ। ਇਹਨੂੰ ਅਡਾਪਟ ਕਿਹਨੇ ਕੀਤਾ? ਕਾਂਗਰਸ ਨੇ। ਪੰਡਤ ਜਵਾਹਰ ਲਾਲ ਨਹਿਰੂ ਜੀ, ਸਰਦਾਰ ਪਟੇਲ, ਜਿਹੜੇ ਬਾਕੀ ਹੋਰ ਮੈਂਬਰ ਸੀ, ਜੇ ਉਹ ਇਹਨਾਂ ਦਾ ਜਿਹੜਾ ਬਾਬਾ ਸਾਹਿਬ ਦਾ ਆਈਡੀਆ ਸੀ ਉਹ ਨਾ ਮੰਨਦੇ, ਨਾ ਰੈਜ਼ਰਵੇਸ਼ਨ ਲੈ ਕੇ, ਅੱਜ ਅਸੀਂ ਇੱਥੇ ਥੋੜੀ ਬੈਠੇ ਹੁੰਦੇ। ਅੱਜ ਤਾਂ ਅਸੀਂ ਉਹੀ ਜੋ ਪਿੰਡਾਂ ਵਿੱਚ ਦਲਿਤਾਂ ਦਾ ਹਾਲਤ ਹੈ, ਸਾਡੇ ਵਰਗੇ ਵੀ ਜਿਹੜੇ ਪੜ੍ਹੇ ਲਿਖੇ ਹੁੰਦੇ ਉਹ ਵੀ ਉਹੋ ਜਿਹੀਆਂ ਥਾਵਾਂ ਦੇ ਉੱਤੇ ਕਿਸੇ ਦੇ ਭਾਂਡੇ ਮਾਂਜਦੇ ਹੁੰਦੇ। ਇਹ ਬਾਬਾ ਸਾਹਿਬ ਅੰਬੇਦਕਰ ਹੈ ਜਿਹਨੇ ਇਹ ਲਿਆਂਦਾ ਤੇ ਕਾਂਗਰਸ ਨੇ ਜਿਹੜੀ ਇਹ ਰੈਜ਼ਰਵੇਸ਼ਨ ਸੀ ਇਹਨੂੰ ਐਕਸੈਪਟ ਕੀਤਾ, ਹਿੰਦੁਸਤਾਨ 'ਚ ਲਾਗੂ ਕੀਤਾ। ਇੱਕ ਮਿੰਟ ਸਿਮਰਨ ਮੈਂ BJP ਦੀ ਗੱਲ ਤੇ ਆਉਣਾ ਚਾਹੁੰਦਾ ਸੀ। ਅੱਜ ਕੀ ਹੋ ਰਿਹਾ? ਗਵਰਨਮੈਂਟ ਆਫ ਇੰਡੀਆ ਦੇ ਵਿੱਚ ਜੁਆਇੰਟ ਸੈਕਟਰੀ ਰੈਂਕ ਦੇ, ਮੈਨੂੰ ਨੰਬਰ ਸ਼ਾਇਦ ਗਲਤੀ ਨਾ ਹੋਵਾਂ, 35 ਤੋਂ 40 ਆਫੀਸਰ ਰੱਖੇ ਗਏ ਨੇ ਜਿਹੜੇ IAS ਨਹੀਂ ਹੈ। ਉਹਨਾਂ 'ਚੋਂ ਮੈਨੂੰ ਇੱਕ ਸ਼ਡਿਊਲਡ ਕਾਸਟ ਅਫਸਰ ਦਿਖਾ ਦਿਓ। ਕੀ ਸ਼ਡਿਊਲਡ ਕਾਸਟ ਅਫਸਰ ਕੰਪੀਟੈਂਟ ਨਹੀਂ ਹੈ? ਇਹ BJP ਕਿਹੜੀਆਂ ਗੱਲਾਂ ਕਰਦੀ ਹੈ? ਕਿਹੜੇ ਦਲਿਤ ਨੂੰ ਇਹ ਚੱਕ ਰਹੀ ਹੈ? ਇਹਨਾਂ ਦੀ ਸਰਕਾਰ 'ਚ, BJP ਦੀ ਸਰਕਾਰ ਦੇ ਵਿੱਚ ਜਿਹੜਾ ਐਂਟੀ ਆਪਣਾ ਸ਼ਡਿਊਲਡ ਜਿਹੜਾ ਲਾਅ ਹੈਗਾ ਐਟਰੋਸਿਟੀਜ਼ ਔਨ ਸ਼ਡਿਊਲਡ ਕਾਸਟ ਦੇ ਉੱਤੇ, ਉਹਨੂੰ ਡਿਲੀਟ ਕਰ ਦਿੱਤਾ। ਉਹ ਸੁਪਰੀਮ ਕੋਰਟ ਨੇ ਰੱਦ ਕੀਤਾ। ਪੂਰਾ ਦੇਸ਼ ਬੰਦ ਹੋਇਆ। ਉਹ ਸਾਰਾ ਦੇਸ਼ ਬੰਦ ਆਪਣੇ ਸਾਹਮਣੇ ਆ। ਇਹ ਕਿੱਦਾਂ ਕਲੇਮ ਕਰਨਗੇ? ਇਹ ਸਿਰਫ ਵੋਟਾਂ ਦੀ ਰਾਜਨੀਤੀ ਹੈ। ਇਹ ਵੀ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਦਿੰਦਾ ਕਿ ਇਹ ਕਹਿ ਕੇ ਜੀ ਡਿਪਟੀ CM ਬਣਾਵਾਂਗੇ। ਯਾਰ ਚੀਫ ਮਿਨਿਸਟਰ ਬਣਾਉਣ ਸਰਦਾਰ ਸੁਖਬੀਰ ਸਿੰਘ ਬਾਦਲ ਕਰਨਾ ਜੇ ਅਨਾਊਂਸ। ਸਵਾਤਾ ਤਾਂ ਆਇਆ ਮੈਂ ਜਦੋਂ ਇਹਨਾਂ ਨੇ ਡਿਪਟੀ CM ਅਨਾਊਂਸ ਕੀਤਾ ਜਲੰਧਰ 'ਚ ਦਲਿਤ, ਮੈਂ ਪਹਿਲਾ MLA ਸੀ ਕਾਂਗਰਸ ਦਾ ਜਿਹਨੇ ਸਵਾਗਤ ਕੀਤਾ ਕਿ ਜੀ ਤੁਸੀਂ ਬਹੁਤ ਵਧੀਆ ਸਟੈਪ ਲਿਆ, ਵੈਲਕਮ। ਚੀਫ ਮਿਨਿਸਟਰ ਵੀ ਅਨਾਊਂਸ ਕਰ ਦਿਓ ਅੱਜ ਵੀ ਦਲਿਤ ਬਣਾਵਾਂਗੇ। ਸਵਾਦ ਤਾਂ ਆਇਆ ਕਾਂਗਰਸ ਪਾਰਟੀ ਕਰ ਦਿਓ ਤਾਂ ਨਹੀਂ। ਕਾਂਗਰਸ ਦੇਖੋ, ਕਾਂਗਰਸ ਪਾਰਟੀ ਇਸ ਰਾਜਨੀਤੀ 'ਚ ਨਹੀਂ ਪੈਂਦੀ। ਇਹ ਸਿਰਫ ਵੋਟਾਂ ਦੀ ਰਾਜਨੀਤੀ ਹੈ। ਇਹੀ BJP ਕਾਰਡ ਖੇਡ ਰਹੀ ਹੈ। 34% ਸ਼ਡਿਊਲਡ ਕਾਸਟ ਹੈ ਪੰਜਾਬ ਦੇ ਵਿੱਚ। ਅੱਜ BJP ਨੂੰ ਯਾਦ ਆ ਗਿਆ ਸੀ ਪ੍ਰਧਾਨ ਬਣਾਉਣਾ ਕਿ ਇੱਥੇ ਸੀਟ ਇੱਕ ਨਹੀਂ ਆਉਣੀ। ਇਸੇ ਕਰਕੇ ਕਰ ਰਹੇ ਹੈ ਨਾ। ਕਾਂਗਰਸ ਦਾ ਤਾਂ ਕਲਚਰ
ਜਿਹੜਾ ਸਿਮਰਨ ਕਾਂਗਰਸ ਨੇ ਹੁਣ ਤੱਕ ਰਿਜ਼ਰਵੇਸ਼ਨ ਹਿੰਦੁਸਤਾਨ 'ਚ ਲਾਗੂ ਕਰਕੇ ਰੱਖੀ ਹੈ। ਬੜੇ ਲੋਕਾਂ ਨੂੰ ਇਹ ਗੱਲਾਂ ਪਸੰਦ ਨਹੀਂ ਆਉਂਦੀਆਂ, ਲੇਕਿਨ ਇਹ ਦੇਖੋ ਜੇ ਬਰਾਬਰਤਾ ਮਾੜਾ ਮੋਟਾ ਜੇ ਸਾਡੇ 'ਚ ਇਨਸਾਨੀਅਤ ਹੈ ਤਾਂ ਥੋੜੀ ਬਹੁਤੀ ਦੂਜੇ ਵੀ ਰੋਟੀ ਖਾ ਲੈਣ। ਵੈਸਾ ਮੇਰਾ ਆਖਰੀ ਸਵਾਲ ਹੈ, ਇਸ ਰੇੜਕੇ 'ਚ ਤੁਹਾਡੀ ਪੋਜੀਸ਼ਨ ਤੁਸੀਂ ਕਲੀਅਰ ਨਹੀਂ ਕੀਤੀ। ਕੱਲੇ ਨਵਜੋਤ ਸਿੱਧੂ ਨਹੀਂ, ਪ੍ਰਗਟ ਸਿੰਘ ਨੇ, ਸੁਖਜਿੰਦਰ ਰੰਧਾਵਾ ਨੇ, ਚਰਨਜੀਤ ਚੰਨੀ ਨੇ, ਸੁਰਜੀਤ ਸਿੰਘ ਧਮਾਨ, ਨੱਥੂ ਰਾਮ, ਬਹੁਤ ਸਾਰੇ ਐਸੇ ਵਿਧਾਇਕ ਨੇ ਪੰਜਾਬ ਦੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੋਂ ਖੁਸ਼ ਨਹੀਂ ਹੈਗੇ। ਯਾਰ ਟੋਟਲ ਸਿਮਰਨ 80 ਐਮਐਲਏ ਹੈ। 80 ਐਮਐਲਏ ਚ ਤੁਸੀਂ ਕਾਊਂਟ ਕਰ ਲਓ 6-7 ਹੋਣਗੇ। ਮੈਂ ਨਹੀਂ ਕਹਿੰਦਾ, ਮੈਂ ਰੰਧਾਵਾ ਸਾਹਿਬ ਦਾ ਬਹੁਤ ਇੱਜ਼ਤ ਕਰਦਾ, ਮੈਂ ਬਹੁਤ ਕਰਦਾ, ਉਹਨਾਂ ਨੂੰ ਵੀ ਦਰਦ ਹੈ। ਮੇਰਾ ਕਹਿਣ ਤੋਂ ਪਰ ਦਰਦ ਸਾਰਿਆਂ ਨੂੰ ਹੈ, ਕੱਲੇ ਇਹਨਾਂ ਸੱਤਾਂ ਨੂੰ ਹੀ ਦਰਦ ਹੈ। ਪ੍ਰਤਾਪ ਸਿੰਘ ਬਾਜਵਾ ਨੇ, ਦੇਖੋ ਦੁੱਲੋ ਸਾਹਿਬ ਨੇ, ਬਹੁਤ ਸਾਰੇ ਵੱਡੇ ਚਿਹਰੇ। ਪ੍ਰਤਾਪ ਸਿੰਘ ਬਾਜਵਾ ਜਾਂ ਤੁਸੀਂ ਦੁੱਲੋ ਸਾਹਿਬ ਦਾ ਨਾਮ ਲਿਆ ਹੈਗਾ, ਇਹਨਾਂ ਦੇ ਆਪਣੇ ਪਰਸਨਲ ਵਿਊਜ਼, ਇਹਨਾਂ ਦੇ ਆਪਣਾ ਕੋਈ ਏਜੰਡਾ ਹੋਏਗਾ। ਅੰਟਾਇਰ ਕਾਂਗਰਸ ਜਿਹੜੀ ਹੈਗੀ ਆ ਉਹ ਯੂਨਾਈਟਿਡ ਹੈ। ਅੰਟਾਇਰ ਕਾਂਗਰਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇੱਕ ਹੈ। ਠੀਕ ਹੈ, ਸਾਡੇ ਲੀਡਰਾਂ ਨੇ ਜਿਨ੍ਹਾਂ ਦਾ ਤੁਸੀਂ ਨਾਮ ਲਿਆ, ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਮੈਂ ਬਹੁਤ ਇੱਜ਼ਤ ਮਾਣ ਕਰਦਾ, ਗ੍ਰੇਟ ਸਾਡੇ ਮਿਨਿਸਟਰ ਨੇ। ਉਹਨਾਂ ਦਾ ਇੱਕ ਆਪਣਾ ਸੀਗਾ ਕਿ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਜੋ ਉਹਨਾਂ ਨੇ ਵੀ ਕਿਹਾ ਕਿ ਜਲਦੀ ਹੋਣਾ ਚਾਹੀਦਾ, ਅਸੀਂ ਵੀ ਕਿਹਾ ਕਿ ਜਲਦੀ ਹੋਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਨੇ ਉਹਦੇ ਤੇ 3 SIT ਬਣਾਤੀ ਇਮੀਡੀਏਟਲੀ, 3-4 ਮਹੀਨਿਆਂ 'ਚ ਉਹਨਾਂ ਦੀ ਰਿਪੋਰਟ ਆ ਜਾਣੀ। ਇਹੀ ਚਾਹੁੰਦੇ ਆ ਨਾ। ਕੈਪਟਨ ਅਮਰਿੰਦਰ ਸਿੰਘ ਨੂੰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਾਂ ਆਪਣੇ ਦੂਜੇ ਹੋਰ MLA ਨੇ 1-2 ਨੂੰ ਛੱਡ ਕੇ ਉਹਨਾਂ ਦੇ ਉੱਤੇ ਸਵਾਲ ਥੋੜੀ ਖੜਾ ਕੀਤਾ ਹੈ। ਮਨਸ਼ਾ ਤੇ ਤਾਂ ਸਵਾਲ ਹੈ। ਨੋ, ਸਰਦਾਰ ਕੈਪਟਨ ਅਮਰਿੰਦਰ ਸਿੰਘ ਦੀ ਮਨਸ਼ਾ ਤੇ ਕੋਈ ਸਵਾਲ ਨਹੀਂ ਕਰ ਸਕਦਾ। ਜਿੰਨਾ ਉਹ ਬੰਦਾ ਸਿੱਖੀ ਵਾਸਤੇ, ਪੰਜਾਬ ਵਾਸਤੇ, ਪੰਜਾਬੀਆਂ ਵਾਸਤੇ ਸਿੰਸੀਅਰ ਹੈ, ਹੋਰ ਕੋਈ ਨਹੀਂ ਹੈ। ਨਵਜੋਤ ਸਿੰਘ ਸਿੱਧੂ ਤੁਹਾਡਾ ਚਿਹਰਾ ਨਹੀਂ ਹੋ ਸਕਦੇ। ਦੇਖੋ ਅੱਜ ਸਾਡੇ ਵਿੱਚ ਆਏ ਨੇ, 4 ਸਾਲ ਹੋਇਆ ਉਹਨਾਂ ਨੂੰ ਸਾਡੇ ਵਿੱਚ ਆਇਆ, ਕੋਈ ਜ਼ਿਆਦਾ ਲੰਬਾ ਸਮਾਂ ਨਹੀਂ ਹੋਇਆ। ਕਾਂਗਰਸ ਦੇ ਵਿੱਚ ਰਹਿ ਕੇ ਕੰਮ ਕਰਨ, ਕਾਂਗਰਸ ਤਾਂ ਬਹੁਤ ਆਪਣਾ ਥੱਲੇ ਵਾਲਿਆਂ ਨੂੰ ਵੀ ਅਹੁਦਿਆਂ ਤੇ ਬਿਠਾ ਦਿੰਦੀ, ਉੱਪਰ ਵਾਲਿਆਂ ਨੂੰ ਵੀ ਅਹੁਦਿਆਂ ਤੇ ਬਿਠਾ ਦਿੰਦੀ। ਤੁਸੀਂ ਇੰਡੀਵਿਜੂਅਲੀ ਕੀ ਸੋਚਦੇ ਹੋ? ਤੁਸੀਂ ਐਜ਼ ਅ ਲੀਡਰ ਐਕਸੈਪਟ ਕਰਦੇ ਹੋ ਉਹਨਾਂ ਨੂੰ? ਜੇ ਕੱਲ ਨੂੰ ਉਹ ਚਿਹਰਾ ਪਾਰਟੀ ਦੇ ਦਿੰਦੀ ਹੈ, ਚਿਹਰਾ ਉੱਤੋਂ ਆ ਜਾਂਦਾ ਆਰਡਰ। ਦੇਖੋ ਮੈਂ ਸਰਦਾਰ ਨਵਜੋਤ ਸਿੰਘ ਸਿੱਧੂ ਬਾਰੇ ਇਦਾਂ ਦੀ ਕੋਈ ਗੱਲ ਨਹੀਂ ਕਰ ਰਿਹਾ। ਜੋ ਸਾਡੀ ਹਾਈ ਕਮਾਂਡ ਨੇ ਕਰਨਾ, ਫੈਸਲਾ ਹਾਈ ਕਮਾਂਡ ਦੇ ਹੱਥ ਵਿੱਚ ਹੈ। ਲੀਡਰ ਤਾਂ ਸਾਡੇ ਹੋਰ ਵੀ ਬਥੇਰੇ ਨੇ, ਇਕੱਲੇ ਨਵਜੋਤ ਸਿੰਘ ਚਿਹਰਾ ਤਾਂ ਨਹੀਂ ਹੈ। ਬਾਕੀ ਅਸੀਂ ਜਿਹੜੇ ਕਾਂਗਰਸ ਹੈ, ਅਸੀਂ ਹਮੇਸ਼ਾ ਹਾਈ ਕਮਾਂਡ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ। ਜੋ ਹਾਈ ਕਮਾਂਡ ਕੋਈ ਵੀ ਲੈ ਆਵੇ, ਠੀਕ ਹੈ, ਕੋਈ ਵੀ ਆ ਜੇ, ਅਸੀਂ ਉਹਨੂੰ ਐਕਸੈਪਟ ਕਰਦੇ ਹਾਂ। ਲੇਕਿਨ ਅੱਜ ਦੀ ਡੇਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵਰਗਾ ਵਧੀਆ ਲੀਡਰ ਨਹੀਂ ਹੈ। ਪਰ ਇਹ ਤਰੀਕਾ ਠੀਕ ਹੈ ਤੁਹਾਨੂੰ ਲੱਗਦਾ ਹੈ ਕਿ ਪਾਰਟੀ ਦੇ ਵਿੱਚ ਪਾਰਟੀ ਡਿਸਪਲਿਨ ਹੁੰਦੇ ਆ, ਪਾਰਟੀ ਚ ਇੰਟਰਨਲ ਗੱਲ ਰੱਖੀ ਜਾਂਦੀ ਹੈ? ਇਹ ਤਰੀਕਾ ਬਿਲਕੁਲ ਗਲਤ ਆ ਸਿਮਰਨ। ਸਾਨੂੰ ਸਾਰਿਆਂ ਨੂੰ ਪਾਰਟੀ ਦੇ ਜ਼ਾਬਤੇ 'ਚ ਰਹਿਣਾ ਚਾਹੀਦਾ, ਡਿਸਪਲਿਨ 'ਚ ਰਹਿਣਾ ਚਾਹੀਦਾ, ਡਿਸਪਲਿਨ ਭੰਗ ਨਹੀਂ ਕਰਨਾ ਚਾਹੀਦਾ। ਦੋਵਾਂ ਧਿਰਾਂ ਨੂੰ ਸੋਚਣਾ ਚਾਹੀਦਾ, ਕਿਉਂਕਿ ਵਿਜੀਲੈਂਸ ਦੀਆਂ ਇਨਕੁਆਇਰੀਆਂ ਹੋਈਆਂ ਜਾਂ ਉਹ ਸਾਰਾ ਕੁਝ ਹੋਇਆ, ਕਿ ਦੋਨੋਂ ਧਿਰਾਂ ਨੂੰ ਸੋਚਣਾ ਚਾਹੀਦਾ। ਦੇਖੋ ਆਪਾਂ ਇੱਕ ਪਰਿਵਾਰ 'ਚ ਬੈਠੇ ਹਾਂ, ਜੇ ਇੱਕ ਪਰਿਵਾਰ ਦਾ ਮੁੰਡਾ ਉੱਠ ਕੇ ਪਿਓ ਨੂੰ ਗਾਲਾਂ ਹੀ ਕੱਢੀ ਜਾਵੇ, ਇਹ ਚੰਗਾ ਕੰਮ ਹੈ? ਜੇ ਲੱਗਦਾ ਹੈ ਵੀ ਜੇ ਸਾਡਾ ਦਾਦਾ ਜਾਂ ਸਾਡਾ ਪੜਦਾਦਾ ਜਾਂ ਕੋਈ ਹੋਰ ਜਿੰਦਾ, ਚਾਚੇ ਤਾਈ ਨੂੰ ਜਾ ਕੇ ਫਰਿਆਦ ਕਰ ਲਓ, ਸਾਡੀ ਤਾਂ ਹਾਈ ਕਮਾਂਡ ਬੈਠੀ ਹੈ। ਹਾਈ ਕਮਾਂਡ ਕੋਲੇ ਜਾਣ, ਹਾਈ ਕਮਾਂਡ ਜੋ ਡਾਇਰੈਕਸ਼ਨ ਦੇਵੇ ਉਹ ਸਾਨੂੰ ਸਾਰਿਆਂ ਨੂੰ ਮਨਜ਼ੂਰ ਹੈ। ਇਹ ਚਰਚਾਵਾਂ ਹੁੰਦੀਆਂ ਕਿ ਹਾਈ ਕਮਾਂਡ ਹੀ ਇਹ ਸਾਰਾ ਕੁਝ ਕਰਾਉਂਦੀ ਹੁੰਦੀ ਹੈ, ਕਿ ਹਾਈ ਕਮਾਂਡ ਟੈਸਟ ਕਰਦੀ ਹੈ, ਬੈਲੈਂਸ ਆਫ ਪਾਵਰ ਕਹਿੰਦੇ ਸਿਆਸਤ 'ਚ ਬੜਾ ਲਾਜ਼ਮੀ ਹੁੰਦਾ। ਨਹੀਂ, ਉਹ ਪੰਜਾਬੀ 'ਚ ਇੱਕ ਕਹਾਵਤ ਹੈ, ਲੰਗੋਟਾ ਡਾਕ। ਇਹ ਲੰਗੋਟਾ ਡਾਕ ਆ ਵੀ ਸਾਡੇ ਜਿਹੜੇ ਮੀਡੀਆ ਆ ਜਾਂ ਸਾਡੇ ਜਿਹੜੇ ਦੂਜੇ ਲੀਡਰ ਨੇ, ਉਹ ਜਾਣ ਬੁੱਝ ਕੇ ਇਹੋ ਜਿਹੀਆਂ ਸਟੇਟਮੈਂਟਾਂ ਦੇ ਦਿੰਦੇ ਆ, ਐਵੇਂ ਲੱਗਦਾ ਜੀ ਉਹ ਤਾਂ ਚੈੱਕ ਕਰਨਾ। ਇਹੋ ਜਿਹਾ ਕੁਝ ਨਹੀਂ ਹੈ। ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ। ਥੈਂਕ ਯੂ ਸਿਮਰਨ, ਥੈਂਕ ਯੂ ਸੋ ਮਚ। ਕੁਲਦੀਪ ਸਿੰਘ ਵੈਦ ਸਾਹਿਬ ਦੇ ਨਾਲ ਡਿਟੇਲ ਦੇ ਵਿੱਚ, ਤਫਸੀਲ ਦੇ ਵਿੱਚ ਬਹੁਤ ਸਾਰੇ ਮੌਜੂਆਂ ਤੇ ਅੱਜ ਗੱਲਬਾਤ ਹੋਈ ਹੈ। ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ। ਧੰਨਵਾਦ।